ਦੋਸਤੋ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਉੱਤੇ। ਕਿਤਾਬ ਸੱਚੋ ਸੱਚ ਅਮਰੀਕਾ ਦਾ ਸਫ਼ਰਨਾਮਾ, ਲੇਖਕ ਨਰਿੰਦਰ ਸਿੰਘ ਕਪੂਰ। ਦੋਸਤੋ ਇਸ ਵਿੱਚ ਲੇਖਕ ਨਰਿੰਦਰ ਸਿੰਘ ਕਪੂਰ ਜਦੋਂ ਅਮਰੀਕਾ ਜਾਂਦੇ ਹਨ ਤਾਂ ਉੱਥੋਂ ਆ ਕੇ ਉਹਨਾਂ ਨੇ ਇਹ ਕਿਤਾਬ ਲਿਖੀ ਸੀ ਤੇ ਅਮਰੀਕਾ ਬਾਰੇ ਜੋ ਕੁਝ ਦੱਸਦੇ ਹਨ ਜਾਂ ਪੰਜਾਬੀਆਂ ਬਾਰੇ ਕਿ ਪੰਜਾਬੀ ਉੱਥੇ ਕੀ ਕੁਝ ਕਰਦੇ ਹਨ, ਕਿਵੇਂ ਕਰਦੇ ਹਨ। ਬਹੁਤ ਹੀ ਕਮਾਲ ਦੀ ਜਾਣਕਾਰੀ ਤੁਹਾਨੂੰ ਇਸ ਲੇਖ ਵਿੱਚ ਮਿਲੇਗੀ। ਸਾਨੂੰ ਇਹ ਵੀ ਪਤਾ ਲੱਗੇਗਾ ਕਿ ਅਸੀਂ ਜ਼ਿੰਦਗੀ ਜਿਉਂਦੇ ਕਿਵੇਂ ਹਾਂ ਤੇ ਜ਼ਿੰਦਗੀ ਨੂੰ ਜਿਉਣਾ ਕਿਵੇਂ ਚਾਹੀਦਾ ਹੈ। ਸੋ ਤੁਹਾਨੂੰ ਬਹੁਤ ਮਜ਼ਾ ਆਵੇਗਾ। ਸੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਖੁਸ਼ਹਾਲੀ ਦੇ ਅਰਥ ਇਹ ਨਹੀਂ ਕਿ ਪੈਸਾ ਬਹੁਤ ਹੋਵੇ, ਸਗੋਂ ਇਹ ਹਨ ਕਿ ਮਿਹਨਤ ਕਰਨ ਦੇ ਅਵਸਰ ਹੋਣ ਅਤੇ ਮਨੋਰੰਜਨ ਦੀ ਇੱਛਾ ਅਤੇ ਸੰਭਾਵਨਾ ਹੋਵੇ। ਅਮਰੀਕਾ ਦੀ ਖੁਸ਼ਹਾਲੀ ਦਾ ਭੇਤ ਇਹ ਹੈ ਕਿ ਜਿੱਥੇ ਉਹ ਪੂਰੀ ਲਗਨ ਅਤੇ ਸ਼ਰਧਾ ਨਾਲ ਕੰਮ ਕਰਦੇ ਹਨ ਅਤੇ ਮਿਹਨਤ ਤੋਂ ਪ੍ਰਾਪਤ ਕੀਤੀ ਉਜਰਤ ਨਾਲ ਉਹ ਜੀਵਨ ਨੂੰ ਪੂਰੇ ਜੋਸ਼ ਨਾਲ ਮਾਣਦੇ ਵੀ ਹਨ। ਮਸ਼ੀਨਾਂ ਦੀ ਵਰਤੋਂ ਨਾਲ ਹਰ ਅਮਰੀਕੀ ਕਾਮਾ ਭਰਪੂਰ ਕੰਮ ਕਰਦਾ ਹੈ। ਭਾਰਤੀ ਕਾਮਾ ਵੀ ਅਮਰੀਕੀ ਕਾਮੇ ਵਾਂਗ ਬਹੁਤ ਕੰਮ ਕਰਦਾ ਹੈ, ਪਰ ਸਾਡੇ ਕੋਲ ਢੁਕਵੇਂ ਸਾਧਨ ਨਹੀਂ ਕਿ ਅਸੀਂ ਮਨੋਰੰਜਨ ਵੀ ਕਰ ਸਕੀਏ। ਮੈਂ ਤਾਂ ਕਹਾਂਗਾ ਕਿ ਸਾਡੇ ਕੋਲ ਮਨੋਰੰਜਨ ਦੇ ਵਸੀਲੇ ਵੀ ਨਹੀਂ ਅਤੇ ਮੌਜ ਮੇਲਾ ਕਰਨ ਦੀ ਸਮਰੱਥਾ ਵੀ ਨਹੀਂ। ਅਮਰੀਕਾ ਵਾਂਗ ਸਾਡੇ ਦੇਸ਼ ਵਿੱਚ ਵੀ ਸਰਕਾਰੀ ਦਫ਼ਤਰਾਂ ਵਿੱਚ 5 ਦਿਨਾਂ ਦਾ ਹਫ਼ਤਾ ਹੈ, ਪਰ ਸਾਡੇ ਦੇਸ਼ ਦੇ ਲੋਕਾਂ ਵਿੱਚ ਮਾਇਕ ਅਤੇ ਸਰੀਰਕ ਸਮਰੱਥਾ ਨਹੀਂ ਕਿ 2 ਵਿਹਲੇ ਦਿਨਾਂ ਨੂੰ ਕਿਸੇ ਉਸਾਰੂ ਮਨੋਰੰਜਨ ਵਿੱਚ ਲਾ ਸਕਣ। ਸੋ ਇਹ 2 ਦਿਨ ਆਲਸ, ਦਲਿੱਦਰੀ ਅਤੇ ਲੜਾਈ ਝਗੜੇ ਵਿੱਚ ਹੀ ਗੁਜ਼ਰਦੇ ਹਨ। ਹਰ ਅਮਰੀਕਨ ਮਜ਼ਦੂਰ ਅਤੇ ਕਰਮਚਾਰੀ ਸ਼ੁੱਕਰਵਾਰ ਨੂੰ ਮਕਲਾਵੇ ਦੇ ਦਿਨ ਵਾਂਗ ਉਡੀਕਦਾ ਹੈ, ਕਿਉਂਕਿ ਇਸ ਦਿਨ ਸ਼ਾਮ ਨੂੰ ਜਿੱਥੇ ਉਹਨਾਂ ਨੂੰ ਹਫ਼ਤੇ ਦੀ ਤਨਖਾਹ ਮਿਲਦੀ ਹੈ, ਉੱਥੇ ਅਗਲੇ 2 ਦਿਨ ਛੁੱਟੀ ਦੇ ਵੀ ਹੁੰਦੇ ਹਨ। ਹਸਪਤਾਲਾਂ, ਦੁਕਾਨਾਂ ਆਦਿ ਵਿੱਚ ਕੰਮ ਪਹਿਲਾਂ ਵਾਂਗ ਹੀ ਚੱਲਦਾ ਰਹਿੰਦਾ ਹੈ, ਪਰ ਓਵਰਟਾਈਮ ਲਾਉਣ ਲਈ ਅਮਰੀਕਨ ਘੱਟ ਹੀ ਤਿਆਰ ਹੁੰਦੇ ਹਨ। ਓਵਰਟਾਈਮ ਲਾਉਣ ਦਾ ਕੰਮ ਪ੍ਰਵਾਸੀ ਕਰਦੇ ਹਨ, ਜਿਨ੍ਹਾਂ ਲਈ ਪੈਸਾ ਜੋੜਨਾ ਅਤੇ ਉਸ ਦਾ ਹਿਸਾਬ ਕਰਨਾ ਅਤੇ ਉਸ ਨੂੰ ਆਪਣੇ ਦੇਸ਼ ਦੇ ਪੈਸੇ ਨਾਲ ਗੁਣਾ ਕਰਨਾ ਹੀ ਸਭ ਤੋਂ ਵੱਡਾ ਰੁਝੇਵਾਂ ਅਤੇ ਮਨੋਰੰਜਨ ਹੁੰਦਾ ਹੈ। ਭਾਰਤੀ, ਪਾਕਿਸਤਾਨੀ ਆਦਿ ਓਵਰਟਾਈਮ ਲਾਉਣ ਲਈ ਪ੍ਰਸਿੱਧ ਵੀ ਹਨ ਤੇ ਬਦਨਾਮ ਵੀ ਹਨ। ਇਸ ਪ੍ਰਕਿਰਤੀ ਦਾ ਇੱਕ ਕਾਰਨ ਮੈਨੂੰ ਇਹ ਪ੍ਰਤੀਤ ਹੋਇਆ ਹੈ ਕਿ ਭਾਰਤੀ ਸੰਸਕ੍ਰਿਤੀ ਵਿੱਚ ਮਨੋਰੰਜਨ ਦਾ ਕੋਈ ਸ਼ਕਤੀਸ਼ਾਲੀ ਸੰਕਲਪ ਨਹੀਂ। ਅਸੀਂ ਵਿਹਲੇ ਸਮੇਂ ਨੂੰ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਵਿੱਚ ਅਤੇ ਆਪਣੇ ਧਾਰਮਿਕ ਸਥਾਨਾਂ ਵਿੱਚ ਗੁਜ਼ਾਰਦੇ ਹਾਂ ਅਤੇ ਰੱਬ ਦੀ ਪੂਜਾ ਨੂੰ ਹੀ ਮਨੋਰੰਜਨ ਸਮਝਦੇ ਹਾਂ। ਇਸਲਾਮ ਤਾਂ ਹੈ ਹੀ ਸੋਗ ਦਾ ਧਰਮ, ਉਸ ਵਿੱਚ ਤਾਂ ਮਨੋਰੰਜਨ ਦੀ ਲਗਭਗ ਮਨਾਹੀ ਹੈ। ਦੂਜੇ ਸ਼ਬਦਾਂ ਵਿੱਚ ਮਨੋਰੰਜਨ ਨੂੰ ਅਸੀਂ ਪਾਪ ਦੇ ਅਰਥਾਂ ਵਿੱਚ ਵੇਖਦੇ ਹਾਂ। ਇੱਕ ਕਾਰਨ ਇਹ ਵੀ ਹੈ ਕਿ ਬੁਢਾਪੇ ਤੋਂ ਅਸੀਂ ਬਹੁਤ ਡਰਦੇ ਹਾਂ ਅਤੇ ਸਾਰਾ ਜੀਵਨ ਇਹਨਾਂ ਫਿਕਰਾਂ ਵਿੱਚ ਗਰਸੇ ਰਹਿੰਦੇ ਹਾਂ ਕਿ ਬੁਢਾਪੇ ਨੂੰ ਸੁਖਾਲਾ ਕਿਵੇਂ ਬਣਾਈਏ। ਇੱਕ ਕਾਰਨ ਇਹ ਵੀ ਹੈ ਕਿ ਅਸੀਂ ਫਰਜ਼ ਨੂੰ ਮਨੋਰੰਜਨ ਤੋਂ ਵਧੇਰੇ ਮਹੱਤਵ ਦਿੰਦੇ ਹਾਂ ਅਤੇ ਸਾਡਾ ਸਾਰਾ ਜੀਵਨ ਪਰਿਵਾਰਿਕ ਅਤੇ ਸਮਾਜਿਕ ਫਰਜ਼ਾਂ ਨੂੰ ਪੂਰਾ ਕਰਨ ਵਿੱਚ ਹੀ ਲੰਘ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਅਸੀਂ ਮਨੋਰੰਜਨ ਪ੍ਰਤੀ ਉਦਾਸਹੀਨ ਹਾਂ। ਅਮਰੀਕਾ ਵਿੱਚ ਵਸਦੇ ਭਾਰਤੀਆਂ ਅਤੇ ਏਸ਼ੀਆਈ ਲੋਕਾਂ ਦੀ ਅਗਲੀ ਪੀੜ੍ਹੀ ਆਪਣੇ ਮਾਪਿਆਂ ਨੂੰ ਇਸ ਲਈ ਨਫ਼ਰਤ ਕਰਦੀ ਹੈ ਕਿਉਂਕਿ ਉਹ ਜੀਵਨ ਨੂੰ ਮਾਣਨ ਦੀ ਥਾਂ ਪੈਸਾ ਜੋੜਨ ਵਿੱਚ ਵਧੇਰੇ ਵਿਸ਼ਵਾਸ ਰੱਖਦੇ ਹਨ, ਜਦੋਂ ਕਿ ਨਵੀਂ ਪੀੜ੍ਹੀ ਖਾਣ ਹਟਾਉਣ ਦੀ ਅਭਿਲਾਸ਼ੀ ਹੈ ਅਤੇ ਆਪਣੇ ਮਾਪਿਆਂ ਵੱਲੋਂ ਸੁਣਾਈਆਂ ਜਾਂਦੀਆਂ ਆਰਥਿਕ ਤੰਗੀ ਦੀਆਂ ਕਹਾਣੀਆਂ ਸੁਣ ਕੇ ਅੱਕੀ ਹੋਈ ਹੈ। ਉੱਥੇ ਬੱਚੇ ਮਾਪਿਆਂ ਨੂੰ ਇਸ ਕਰਕੇ ਨਫ਼ਰਤ ਕਰਦੇ ਹਨ ਕਿਉਂਕਿ ਉਹ ਅਮਰੀਕਾ ਵਿੱਚ ਮਜ਼ਦੂਰ ਬਣ ਕੇ ਆਏ ਸਨ ਅਤੇ ਖੁਸ਼ਹਾਲੀ ਹੋਣ ਦੇ ਬਾਵਜੂਦ ਉਹ ਆਪਣੇ ਗਰੀਬ ਅਤੀਤ ਨੂੰ ਵਡਿਆਉਂਦੇ ਰਹਿੰਦੇ ਹਨ। ਮੈਂ ਇਹ ਵੀ ਵੇਖਿਆ ਹੈ ਕਿ ਅਸੀਂ ਅਮਰੀਕਨਾਂ ਵਾਂਗ ਬੇਪਰਵਾਹ ਅਤੇ ਮੌਜੀ ਨਹੀਂ ਹੋ ਸਕਦੇ ਕਿਉਂਕਿ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਅਤੇ ਸੱਭਿਆਚਾਰਕ ਪੱਖੋਂ ਉਹ ਸਾਡੇ ਨਾਲੋਂ ਬਹੁਤ ਹੀ ਵੱਖਰੇ ਹਨ। ਉਦਾਹਰਣ ਵਜੋਂ ਅਸੀਂ ਪਹਿਲਾਂ ਕਮਾਉਣ ਅਤੇ ਫਿਰ ਖਰਚਣ ਵਿੱਚ ਵਿਸ਼ਵਾਸ ਕਰਦੇ ਹਾਂ, ਜਦ ਕਿ ਉਹ ਚੀਜ਼ਾਂ ਵਸਤਾਂ ਉਧਾਰ ਖਰੀਦ ਕੇ ਮਗਰੋਂ ਉਧਾਰ ਚੁਕਾਉਣ ਵਿੱਚ ਵਿਸ਼ਵਾਸ ਕਰਦੇ ਹਨ। ਅਸੀਂ ਮਨੋਰੰਜਨ ਨੂੰ ਸਮੇਂ ਦੀ ਬਰਬਾਦੀ ਸਮਝਦੇ ਹਾਂ। ਸੱਭਿਆਚਾਰਾਂ ਅਤੇ ਦ੍ਰਿਸ਼ਟੀਕੋਣਾਂ ਦਾ ਇਹ ਅੰਤਰ ਸਾਡੇ ਅਤੇ ਉਹਨਾਂ ਦੇ ਜੀਵਨ ਦੇ ਹਰ ਖੇਤਰ ਵਿੱਚ ਉਗੜਵੇਂ ਰੂਪ ਵਿੱਚ ਵਿਦਮਾਨ ਹੈ। ਅਮਰੀਕਾ ਦਾ ਰਾਸ਼ਟਰਪਤੀ ਵੀ ਹਫ਼ਤੇ ਦੇ ਅੰਤਲੇ 2 ਦਿਨਾਂ ਦੀ ਉਡੀਕ ਕਰਦਾ ਹੈ। ਕਈਆਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਰੀਕਾ ਦਾ ਰਾਸ਼ਟਰਪਤੀ ਇਹਨਾਂ 2 ਦਿਨਾਂ ਵਿੱਚ ਆਪਣੇ ਸਰਕਾਰੀ ਨਿਵਾਸ ਵਾਈਟ ਹਾਊਸ ਨੂੰ ਛੱਡ ਕੇ ਜਾਂ ਤਾਂ ਆਪਣੇ ਘਰ ਚਲਾ ਜਾਂਦਾ ਹੈ ਜਾਂ ਛੁੱਟੀਆਂ ਮਨਾਉਣ ਲਈ ਪਰਿਵਾਰਕ ਜੀਆਂ ਜਾਂ ਦੋਸਤਾਂ ਮਿੱਤਰਾਂ ਨਾਲ ਕਿਸੇ ਦੂਰ ਦਰੇਡੀ ਥਾਂ ਵੱਲ ਰਵਾਨਾ ਹੋ ਜਾਂਦਾ ਹੈ। ਜੇਕਰ ਸੋਮਵਾਰ ਦੀ ਛੁੱਟੀ ਹੋਵੇ ਤਾਂ ਖੁਸ਼ੀ ਨਾਲ ਅਮਰੀਕਨ ਪਾਗਲ ਹੀ ਹੋ ਜਾਂਦੇ ਹਨ ਅਤੇ 3 ਛੁੱਟੀਆਂ ਨੂੰ ਮਨਾਉਣ ਲਈ ਕਈ ਮਹੀਨੇ ਪਹਿਲਾਂ ਹੀ ਪ੍ਰੋਗਰਾਮ ਬਣਦੇ ਰਹਿੰਦੇ ਹਨ। ਛੁੱਟੀ ਵਾਲੇ ਦਿਨ ਅਮਰੀਕਾ ਦੀ ਲਗਭਗ 1/3 ਆਬਾਦੀ ਲਈ ਭਰਪੂਰ ਆਮਦਨ ਦੇ ਦਿਨ ਹੁੰਦੇ ਹਨ।
ਕਿਉਂਕਿ ਸਾਰੇ ਹਫ਼ਤੇ ਦੀ ਕਮਾਈ ਇਹਨਾਂ 2 ਦਿਨਾਂ ਵਿੱਚ ਹੀ ਖਰਚ ਹੋਣੀ ਹੁੰਦੀ ਹੈ। ਮਨੋਰੰਜਨ ਅਮਰੀਕਾ ਦਾ ਸਭ ਤੋਂ ਵੱਡਾ ਕੰਮ ਧੰਦਾ ਪ੍ਰਤੀਤ ਹੁੰਦਾ ਹੈ। ਅਮਰੀਕਾ ਵਿੱਚ ਤਾਂ ਛੁੱਟੀ ਵਾਲੇ ਦਿਨ ਬਿਮਾਰ ਵੀ ਘਰੇ ਨਹੀਂ ਰਹਿੰਦੇ। ਛੁੱਟੀ ਵਾਲੇ ਦਿਨ ਕਿਸੇ ਰਮਣੀਕ ਥਾਂ ਤੇ ਜਾਣਾ ਹਰ ਅਮਰੀਕੀ ਦਾ ਸੁਪਨਾ ਹੁੰਦਾ ਹੈ। ਉਹ ਖੂਬ ਖਰਚਦੇ ਹਨ, ਖੂਬ ਨੱਚਦੇ ਹਨ, ਖੂਬ ਦੌੜਦੇ ਭੱਜਦੇ ਹਨ ਅਤੇ ਜਦੋਂ ਵਾਪਸ ਪਰਤਦੇ ਹਨ ਤਾਂ ਉਹਨਾਂ ਦੀਆਂ ਜੇਬਾਂ ਵਿੱਚ ਮੂਰੀਆਂ ਹੋਈਆਂ ਹੁੰਦੀਆਂ ਹਨ। ਅਮਰੀਕਾ ਦੇ ਪੂਰਬੀ ਅਤੇ ਪੱਛਮੀ ਦੋਵਾਂ ਪਾਸਿਆਂ ਨੂੰ ਸਮੁੰਦਰ ਲੱਗਦਾ ਹੈ ਅਤੇ ਅਮਰੀਕਾ ਦੀ ਆਬਾਦੀ ਦਾ ਵੱਡਾ ਭਾਗ ਸਮੁੰਦਰ ਦੇ ਨੇੜੇ ਤੇੜੇ ਰਹਿੰਦਾ ਹੈ। ਸੋ ਸਮੁੰਦਰ ਵਿੱਚ ਨਹਾਉਣ ਅਤੇ ਖੇਡਣ ਕੁੱਦਣ ਦਾ ਜਿਤਨਾ ਸ਼ੌਂਕ ਅਮਰੀਕਨਾਂ ਨੂੰ ਹੈ ਉਹ ਦੁਨੀਆ ਦੇ ਕਿਸੇ ਵੀ ਹੋਰ ਦੇਸ਼ਾਂ ਦੇ ਲੋਕਾਂ ਨੂੰ ਨਹੀਂ ਹੈ। ਸਮੁੰਦਰ ਦੇ ਦੂਰ ਅੰਦਰ ਤੱਕ ਜਾ ਕੇ ਨਹਾਉਣਾ, ਪਾਣੀ ਵਾਲੀਆਂ ਖੇਡਾਂ ਖੇਡਣੀਆਂ, ਬੇੜੀ ਚਲਾਉਣੀ, ਪਾਣੀ ਵਿੱਚ ਚੱਲਣ ਵਾਲਾ ਮੋਟਰਸਾਈਕਲ ਚਲਾਉਣਾ, ਬੇੜੀ ਦੇ ਪਿੱਛੇ ਰੱਸੀ ਫੜ ਕੇ ਪਾਣੀ ਉੱਤੇ ਦੌੜਨਾ ਆਦਿ ਉਹਨਾਂ ਦੇ ਮਨਭਾਉਂਦੇ ਸ਼ੌਂਕ ਹਨ। ਅਥਾਹ ਪਾਣੀ ਦਾ ਦ੍ਰਿਸ਼ ਥਕਾਵਟ ਉਤਾਰਨ ਦਾ ਸਭ ਤੋਂ ਵੱਡਾ ਸਾਧਨ ਹੈ। ਅਸੀਂ ਪੰਜਾਬੀ ਸਮੁੰਦਰ ਦੇ ਕਿਨਾਰੇ ਨਹੀਂ ਰਹਿੰਦੇ ਅਤੇ ਅਸੀਂ ਬੰਨ੍ਹ ਮਾਰ ਕੇ ਆਪਣੇ ਦਰਿਆਵਾਂ ਨੂੰ ਪਾਣੀਆਂ ਤੋਂ ਵਿਛੋੜ ਦਿੱਤਾ ਹੈ। ਅਸੀਂ ਟੋਭਿਆਂ ਤੇ ਸਰੋਵਰਾਂ ਦੇ ਹੀ ਜਾਣੂ ਅਤੇ ਬਾਲਟੀਆਂ ਨਾਲ ਨਹਾਉਣ ਵਾਲੇ ਲੋਕ ਸਮੁੰਦਰ ਦੀ ਵਿਸ਼ਾਲਤਾ ਨੂੰ ਨਹੀਂ ਜਾਣ ਸਕਦੇ। ਜਿਵੇਂ ਪੰਜਾਬ ਵਿੱਚ ਸੜਕਾਂ ਦੇ ਦੋਵੇਂ ਪਾਸੇ ਹਰਿਆਲੇ ਖੇਤ ਹੁੰਦੇ ਹਨ, ਉਵੇਂ ਹੀ ਅਮਰੀਕਾ ਵਿੱਚ ਦੂਰ ਦੂਰ ਤੱਕ ਸਮੁੰਦਰ ਸੈਨਤਾ ਕਰਦਾ ਪ੍ਰਤੀਤ ਹੁੰਦਾ ਹੈ। ਮੇਰਾ ਵਿਸ਼ਵਾਸ ਹੈ ਕਿ ਵਿਸ਼ਾਲਤਾ ਜਿਹੇ ਸ਼ਬਦ ਜਾਂ ਸੰਕਲਪ ਨੂੰ ਸਮੁੰਦਰ ਨੂੰ ਵੇਖੇ ਬਿਨਾਂ ਸਮਝਿਆ ਹੀ ਨਹੀਂ ਜਾ ਸਕਦਾ। ਸਾਡੇ ਵਿਹਾਰ ਵਿੱਚ ਝਿਜਕ, ਸੰਗ ਅਤੇ ਸ਼ਰਮ ਹੈ। ਸਾਡੇ ਦੇਸ਼ ਵਿੱਚ ਤਾਂ ਪਤਨੀ ਵੀ ਆਪਣੇ ਪਤੀ ਸਾਹਮਣੇ ਕੱਪੜੇ ਉਤਾਰਨ ਤੋਂ ਝਿਜਕਦੀ ਹੈ, ਪਰ ਅਮਰੀਕਾ ਵਿੱਚ ਇਸਤਰੀਆਂ ਪੁਰਸ਼ਾਂ ਦਾ ਸਮੁੰਦਰ ਵਿੱਚ ਨੰਗੇ ਨਹਾਉਣਾ ਇੱਕ ਆਮ ਜਿਹੀ ਗੱਲ ਹੈ। ਮੈਂ ਉਹਨਾਂ ਦੀ ਨੰਗੇ ਹੋਣ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਉਹਨਾਂ ਦੇ ਵਿਹਾਰ ਵਿੱਚ ਝਿਜਕਦੀ ਗੈਰ ਹਾਜ਼ਰੀ ਨੂੰ ਪ੍ਰਗਟਾ ਰਿਹਾ ਹਾਂ। ਮੇਰੇ ਵਿੱਚ ਵੀ ਝਿਜਕ ਸੀ, ਜਿਸ ਨੂੰ ਮੈਂ ਬੜੀ ਮੁਸ਼ਕਲ ਨਾਲ ਉਲੰਘ ਸਕਿਆ। ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸਾਂ। ਸਵੇਰੇ ਜਦੋਂ ਸਾਂਝੇ ਵਿਸ਼ਾਲ ਗੁਸਲਖਾਨੇ ਵਿੱਚ ਨਹਾਉਣ ਗਿਆ ਤਾਂ ਲਗਭਗ 1 ਦਰਜਨ ਨੰਗੇ ਪੁਰਸ਼ ਭਾਫ ਦਾ ਇਸ਼ਨਾਨ ਕਰ ਰਹੇ ਸਨ। ਉੱਥੇ ਜਾਣ ਦਾ ਮੇਰਾ ਹੌਸਲਾ ਨਾ ਪਵੇ, ਪਰ ਮੈਂ ਵਾਹਿਗੁਰੂ ਨੂੰ ਯਾਦ ਕਰਕੇ ਕੱਪੜੇ ਉਤਾਰ ਕੇ ਅੱਖਾਂ ਮੀਚ ਕੇ ਉਹਨਾਂ ਵਾਂਗ ਹੀ ਵਿੰਗ ਵਲੇਵੇਂ ਖਾਣ ਲੱਗ ਪਿਆ। ਵਿਹਾਰ ਦੇ ਪੱਖੋਂ ਮੈਨੂੰ ਯੂਰਪ ਅਤੇ ਅਮਰੀਕਾ ਵਿੱਚ ਇਹ ਗੱਲ ਬਹੁਤ ਚੰਗੀ ਲੱਗੀ ਕਿ ਉਹਨਾਂ ਦੇ ਵਿਹਾਰ ਵਿੱਚ ਝਿਜਕ, ਸੰਗ, ਸ਼ਰਮ ਆਦਿ ਨਹੀਂ ਹੈ। ਉਹਨਾਂ ਦੇ ਵਿਹਾਰ ਨੂੰ ਕਿਸੇ ਵੀ ਪੱਖੋਂ ਬੇਸ਼ਰਮੀ ਵਾਲਾ ਨਹੀਂ ਕਿਹਾ ਜਾ ਸਕਦਾ, ਸਗੋਂ ਇਹ ਕਹਿਣਾ ਵਧੇਰੇ ਯੋਗ ਹੋਵੇਗਾ ਕਿ ਉਹ ਖੁੱਲ੍ਹੇ ਖੁਲਾਸੇ ਸੁਭਾਅ ਵਾਲੇ ਲੋਕ ਹਨ। ਅਮਰੀਕਾ ਵਿੱਚ ਚਿੱਕੜ ਅਤੇ ਦਲਦਲ ਵਿੱਚ ਚੱਲਣ ਵਾਲੇ ਮੋਟਰਸਾਈਕਲ ਮਿਲਦੇ ਹਨ। ਇਹ ਖੇਡ ਮੇਰੇ ਲਈ ਅਸਲੋਂ ਹੀ ਨਵੀਂ ਗੱਲ ਸੀ। ਇਹਨਾਂ ਮੋਟਰਸਾਈਕਲਾਂ ਨੂੰ ਚਿੱਕੜ ਵਿੱਚ ਚਲਾ ਕੇ ਲੱਥ-ਪੱਥ ਹੋ ਕੇ ਲੋਕ ਬੜੇ ਖੁਸ਼ ਹੁੰਦੇ ਹਨ। ਇੱਕ ਅਜਿਹੇ ਵਿਅਕਤੀ ਨੂੰ ਮੈਂ ਪੁੱਛਿਆ, ਕੀ ਕਰ ਰਹੇ ਹੋ? ਉੱਤਰ ਮਿਲਿਆ, ਸ਼ਾਂਤ ਹੋਣਾ ਚਾਹੁੰਦਾ ਹਾਂ, ਸੋ ਆਪਣਾ ਗੁੱਸਾ ਕੱਢ ਰਿਹਾ ਹਾਂ। ਉਹਨਾਂ ਦੇ ਵਿਹਾਰ ਵਿੱਚ ਮੈਨੂੰ ਇਹ ਗੱਲ ਵੀ ਬੜੀ ਚੰਗੀ ਲੱਗੀ ਕਿ ਤੁਸੀਂ ਕਿਸੇ ਵੀ ਇਸਤਰੀ ਪੁਰਸ਼ ਨਾਲ ਬਿਨਾਂ ਝਿਜਕ ਗੱਲ ਕਰ ਸਕਦੇ ਹੋ। ਮੇਰਾ ਵਿਸ਼ਵਾਸ ਹੈ ਕਿ ਅਸੀਂ ਜਦੋਂ ਸੱਚੇ ਅਰਥਾਂ ਵਿੱਚ ਖੁਸ਼ਹਾਲ ਹੋ ਜਾਵਾਂਗੇ ਤਾਂ ਸਾਡੇ ਵਿਹਾਰ ਵਿੱਚ ਵੀ ਖੁਲਾਸਾਪਣ ਆ ਜਾਵੇਗਾ। ਉਂਝ ਤਾਂ ਸਾਰਾ ਅਮਰੀਕਾ ਹੀ ਝੀਲਾਂ ਅਤੇ ਬੀਚਾਂ ਨਾਲ ਭਰਿਆ ਪਿਆ ਹੈ, ਪਰ ਫਲੋਰੀਡਾ ਨੀਲੇ ਨਿਰਮਲ ਪਾਣੀਆਂ ਲਈ ਵਿਸ਼ੇਸ਼ ਤੌਰ ਤੇ ਪ੍ਰਸਿੱਧ ਹੈ। ਮੈਂ ਵੇਖਿਆ ਹੈ ਕਿ ਕੁਦਰਤ ਨੇ ਵੀ ਅਮਰੀਕਾ ਉੱਤੇ ਮਿਹਰਬਾਨ ਹੋਣ ਵਿੱਚ ਹੱਦ ਹੀ ਕਰ ਦਿੱਤੀ ਹੈ। ਹਰ ਅਮਰੀਕਨ ਦਾ ਇਹ ਸੁਪਨਾ ਹੈ ਕਿ ਉਹ ਕੰਮਾਂ ਕਮਾਈਆਂ ਤੋਂ ਮੁਕਤ ਹੋ ਕੇ ਫਲੋਰੀਡਾ ਰਹੇ, ਜਿੱਥੇ ਦੀ ਮਿਆਮੀ ਬੀਚ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਇਸ ਬੀਚ ਨੂੰ ਵੇਖ ਕੇ ਮੈਨੂੰ ਸਭ ਕੁਝ ਭੁੱਲ ਗਿਆ। ਆਮ ਕਰਕੇ ਸਮੁੰਦਰ ਦੇ ਕਿਨਾਰੇ ਤੇ ਰਵਾਇਤੀ ਪ੍ਰਕਾਰ ਦੀ ਰੇਤ ਹੁੰਦੀ ਹੈ, ਜਿਸ ਦੇ ਕਾਰਨ ਕਿਨਾਰਿਆਂ ਦਾ ਪਾਣੀ ਕੁਝ ਗੰਧਲਾਉਂਦਾ ਹੈ, ਪਰ ਫਲੋਰੀਡਾ ਵਿੱਚ ਸਮੁੰਦਰੀ ਕਿਨਾਰਿਆਂ ਉੱਤੇ ਰੇਤ ਸਿੱਪੀਆਂ ਦੇ ਚੂਰੇ ਦੀ ਹੁੰਦੀ ਹੈ, ਜਿਹੜੀ ਪਾਊਡਰ ਵਾਂਗ ਚਿੱਟੀ ਹੁੰਦੀ ਹੈ। ਇਸ ਨਾਲ ਸਮੁੰਦਰ ਦਾ ਪਾਣੀ ਨੀਲਾ ਨਿਰਮਲ ਦਿਖਾਈ ਦਿੰਦਾ ਹੈ। ਫਲੋਰੀਡਾ ਵਿੱਚ ਲਗਭਗ ਹਰ ਰੋਜ਼ ਮੀਂਹ ਦਾ ਵੀ ਛਿੱਟਾ ਪੈ ਜਾਂਦਾ ਹੈ ਅਤੇ ਉੱਥੇ ਇਤਨੀ ਗੂੜੀ ਹਰਿਆਲੀ ਹੈ ਕਿ ਕੋਈ ਵੀ ਵਿਅਕਤੀ ਇਸ ਥਾਂ ਨੂੰ ਖਿੜੇ ਮੱਥੇ ਛੱਡਣ ਲਈ ਤਿਆਰ ਨਹੀਂ ਹੁੰਦਾ। ਇੱਥੇ ਕੁਦਰਤ ਦੇ ਚੋਜ ਵੇਖਣ ਵਾਲੇ ਹਨ। ਇੱਕ ਸੜਕ ਉੱਤੇ ਅਸੀਂ ਜਾ ਰਹੇ ਸਾਂ, ਜਿਸ ਦੇ ਅੱਧੇ ਹਿੱਸੇ ਉੱਤੇ ਮੀਂਹ ਪੈ ਰਿਹਾ ਸੀ। ਇਹ ਥਾਂ ਇਤਨੀ ਰਮਣੀਕ ਹੈ ਕਿ ਜੇ ਇੱਥੇ ਰੱਬ ਵੀ ਆ ਜਾਵੇ ਤਾਂ ਉਹ ਵੀ ਇੱਥੇ ਹੀ ਟਿਕ ਜਾਵੇ। ਅਮਰੀਕਾ ਕੁਝ ਇਸ ਪ੍ਰਕਾਰ ਦਾ ਦੇਸ਼ ਹੈ ਕਿ ਹਰ ਸ਼ਹਿਰ 5-6 ਲੰਮੀਆਂ ਸੈਰਾਂ ਤੋਂ ਪਿੱਛੋਂ ਜਾਣਿਆ ਪਛਾਣਿਆ ਲੱਗਣ ਲੱਗ ਪੈਂਦਾ ਹੈ ਅਤੇ ਸੈਰ ਕਰਦੇ ਰਹਿਣ ਦੀ ਸਾਰੀ ਇੱਛਾ ਮਾਤ ਪੈ ਜਾਂਦੀ ਹੈ। ਪਰ ਫਲੋਰੀਡਾ ਦੇ ਸ਼ਹਿਰਾਂ ਵਿੱਚ ਇਵੇਂ ਨਹੀਂ ਵਾਪਰਦਾ। ਇੱਥੇ ਦੀ ਧਰਤੀ ਕੁਆਰੀ ਹੈ। ਇਸ ਧਰਤੀ ਨੂੰ ਵੇਖਣਾ,
ਆਪਣੀ ਪ੍ਰੇਮਿਕਾ ਨੂੰ ਚੁੰਮਣ ਵਰਗਾ ਅਹਿਸਾਸ ਦਿੰਦਾ ਹੈ ਅਤੇ ਹਰ ਚੁੰਮਣ ਅਗਲੇਰੇ ਚੁੰਮਣ ਲਈ ਬੁਲਾਵਾ ਸਿੱਧ ਹੁੰਦਾ ਹੈ। ਜਿਵੇਂ ਕੋਈ ਪ੍ਰੇਮਿਕਾ ਨੂੰ ਪਿਆਰ ਕਰਦਿਆਂ ਚੁੰਮਣ ਤੋਂ ਨਹੀਂ ਅੱਕਦਾ, ਉਵੇਂ ਹੀ ਫਲੋਰਿਡਾ ਕਿਸੇ ਨੂੰ ਅੱਕਣ ਨਹੀਂ ਦਿੰਦਾ। ਇਸ ਥਾਂ ਉੱਤੇ ਵਿਚਰਨਾ, ਰਹਿਣਾ, ਘੁੰਮਣਾ ਇੱਕ ਮਾਣ ਵਾਲੀ ਗੱਲ ਹੈ। ਕਈ ਥਾਈਂ ਤਾਂ ਬਲੌਰੀ ਸੜਕ ਦੇ ਦੋਵੇਂ ਪਾਸੇ ਵਿਸ਼ਾਲ ਸਮੁੰਦਰ ਹੈ ਅਤੇ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਦੀ ਮਹਿਬੂਬ ਹੁਣੇ ਨਹਾ ਕੇ ਪਤਲੇ ਜਿਹੇ ਕੱਪੜੇ ਪਾ ਕੇ ਅਚਾਨਕ ਸਾਹਮਣੇ ਆ ਗਈ ਹੈ। ਕਈ ਵਾਰੀ ਇੰਜ ਲੱਗਦਾ ਹੈ ਜਿਵੇਂ ਸਮੁੰਦਰ ਤੁਹਾਨੂੰ ਲੰਘ ਜਾਣ ਲਈ ਮੁਸਕਰਾ ਕੇ ਰਸਤਾ ਦੇ ਰਿਹਾ ਹੋਵੇ। ਸਾਰੇ ਅਮਰੀਕਨ ਤੈਰਨਾ ਜਾਣਦੇ ਹਨ। ਕਹਿੰਦੇ ਹਨ ਕਿ ਫਲੋਰਿਡਾ ਦੇ ਇੱਕ ਵਿਅਕਤੀ ਨੂੰ ਤੈਰਨਾ ਨਹੀਂ ਸੀ ਆਉਂਦਾ ਅਤੇ ਅਜਿਹੀ ਅਦਭੁਤ ਚੀਜ਼ ਨੂੰ ਵੇਖਣ ਲਈ 100 ਮੀਲ ਤੋਂ ਲੋਕ ਆਉਂਦੇ ਸਨ। ਅਮਰੀਕਨਾਂ ਲਈ ਸਮੁੰਦਰ ਮਨੋਰੰਜਨ ਦਾ ਸਭ ਤੋਂ ਵੱਡਾ ਸਾਧਨ ਹੈ। ਸਾਡੇ ਦੇਸ਼ ਦੇ ਬਹੁਤ ਵੱਡੇ ਹਿੱਸੇ ਨਾਲ ਸਮੁੰਦਰ ਲੱਗਦਾ ਹੈ, ਪਰ ਇਸ ਦਾ ਵਿਕਾਸ ਕਰਨ ਵੱਲ ਸਾਡਾ ਧਿਆਨ ਨਹੀਂ ਗਿਆ ਅਤੇ ਇਹਨਾਂ ਥਾਵਾਂ ਦੀ ਜਦੋਂ ਵੀ ਕੋਈ ਖਬਰ ਆਉਂਦੀ ਹੈ, ਜਾਂ ਤਾਂ ਬੇੜੀ ਉਲਟਣ ਦੀ, ਜਾਂ ਤੂਫਾਨ ਨਾਲ ਤਬਾਹੀ ਦੀ, ਜਾਂ ਮਛੇਰਿਆਂ ਦੇ ਲਾਪਤਾ ਹੋਣ ਦੀ ਹੀ ਖਬਰ ਆਉਂਦੀ ਹੈ। ਅਸੀਂ ਸਮੁੰਦਰ ਨਾਲ ਅਜੇ ਦੋਸਤੀ ਨਹੀਂ ਪਾਈ ਅਤੇ ਸਮੁੰਦਰ ਨੂੰ ਆਪਣਾ ਜੀਵਨ ਮਾਣਨ ਦਾ ਭਾਗ ਨਹੀਂ ਬਣਾਇਆ। ਸਮੁੰਦਰੀ ਕਿਨਾਰਿਆਂ ਨੂੰ ਸਾਫ਼ ਰੱਖਣਾ ਅਤੇ ਸਮੁੰਦਰ ਦੇ ਕਿਨਾਰੇ ਜੁੜੇ ਹਜ਼ਾਰਾਂ ਲੱਖਾਂ ਲੋਕਾਂ ਲਈ ਸੁਰੱਖਿਆ ਪ੍ਰਬੰਧ ਕਰਨਾ ਇਲਾਕੇ ਦੀ ਨਗਰਪਾਲਿਕਾ ਦਾ ਕਰਤੱਵ ਹੁੰਦਾ ਹੈ ਅਤੇ ਇਹ ਜ਼ਿੰਮੇਵਾਰੀ ਪੂਰੀ ਗੰਭੀਰਤਾ ਨਾਲ ਨਿਭਾਈ ਜਾਂਦੀ ਹੈ। ਸਮੁੰਦਰ ਦੇ ਕਿਨਾਰੇ ਕੋਈ ਚੀਜ਼ ਸੁੱਟਣੀ ਇੱਕ ਜੁਰਮ ਹੈ। ਉੱਥੇ ਸਫਾਈ ਦੇ ਉਦੇਸ਼ ਨਾਲ ਹਰ 20-25 ਕਦਮਾਂ ਉੱਤੇ ਢੋਲ ਰੱਖੇ ਗਏ ਹਨ, ਯਾਨੀ ਡਸਟਬਿਨ ਰੱਖੇ ਗਏ ਹਨ। ਜਦੋਂ ਕੋਈ ਵਿਅਕਤੀ ਡੂੰਘੇ ਪਾਣੀਆਂ ਵਿੱਚ ਚਲਾ ਜਾਵੇ ਤਾਂ ਉਸ ਨੂੰ ਖਤਰੇ ਦੀ ਚੇਤਾਵਨੀ ਦਿੱਤੀ ਜਾਂਦੀ ਹੈ, ਪਰ ਉਸ ਨੂੰ ਰੋਕਿਆ ਨਹੀਂ ਜਾਂਦਾ। ਜੇ ਅਜਿਹਾ ਵਿਅਕਤੀ ਹੋਰ ਅੱਗੇ ਜਾਣਾ ਚਾਹੁੰਦਾ ਹੈ ਤਾਂ ਭਾਵੇਂ ਜਾਵੇ, ਪਰ ਫਿਰ ਵੀ ਲੋੜ ਪੈਣ ਉੱਤੇ ਉੱਪਰ ਨਿਰੰਤਰ ਉੱਡ ਰਿਹਾ ਹੈਲੀਕਾਪਟਰ ਉਸ ਨੂੰ ਬਚਾ ਲਵੇਗਾ, ਪਰ ਕਿਸੇ ਵੱਲੋਂ ਕਿਸੇ ਪ੍ਰਕਾਰ ਦਾ ਦਖਲ ਨਹੀਂ ਦਿੱਤਾ ਜਾਂਦਾ। ਕੋਈ ਕਿਸੇ ਦੇ ਮਨੋਰੰਜਨ ਵਿੱਚ ਵਿਘਨ ਨਹੀਂ ਪਾਉਂਦਾ, ਕੁਝ ਵੀ ਅਣਸੁਖਾਵਾਂ ਨਹੀਂ ਵਾਪਰਦਾ। ਕੋਈ ਪੂਰਨ ਭਾਂਤ ਨੰਗਾ ਹੋ ਕੇ ਵਿਚਰਨਾ ਚਾਹੇ ਤਾਂ ਉਸ ਲਈ ਵੀ ਪ੍ਰਬੰਧ ਹੈ, ਪਰ ਉਧਰ ਕੇਵਲ ਨਾਂਗੇ ਹੀ ਜਾ ਸਕਦੇ ਹਨ। ਉਂਝ ਵੀ ਸੰਸਾਰ ਵਿੱਚ ਜਿਤਨੀ ਜਲਦੀ ਅਮਰੀਕਨ ਆਪਣੇ ਕੱਪੜੇ ਲਾਉਂਦੇ ਹਨ, ਹੋਰ ਕੋਈ ਨਹੀਂ ਲਾਉਂਦਾ। ਸਮੁੰਦਰ ਦੇ ਕਿਨਾਰਿਆਂ ਉੱਤੇ ਇਸਤਰੀਆਂ, ਪੁਰਸ਼ ਅਤੇ ਬੱਚੇ ਇਸ ਤਰ੍ਹਾਂ ਖੁੱਲ੍ਹ ਕੇ ਵਿਚਰਦੇ ਹਨ ਕਿ ਮੇਰੀ ਵਿਹਾਰਿਕ ਝਿਜਕ ਅਤੇ ਮੇਰੀ ਸੁੰਗੜੀ ਹੋਈ ਕਲਮ ਉਹਨਾਂ ਦੀ ਖੁੱਲ੍ਹ ਨੂੰ ਬਿਆਨ ਨਹੀਂ ਕਰ ਸਕਦੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੁਝ ਵੀ ਅਸੁਭਾਵਿਕ ਪ੍ਰਤੀਤ ਨਹੀਂ ਹੁੰਦਾ। ਕੋਈ ਵਿਅਕਤੀ ਭਾਵੇਂ ਕਿਸੇ ਵੀ ਸੱਭਿਆਚਾਰ ਵਿੱਚੋਂ ਗਿਆ ਹੋਵੇ, ਉੱਥੇ ਉਹਨਾਂ ਵਾਂਗ ਵਿਚਰਨ ਲਈ ਸਹਿਜੇ ਹੀ ਤਿਆਰ ਹੋ ਜਾਂਦਾ ਹੈ। ਨਿੱਜੀ ਬੇੜੀ ਰੱਖਣੀ ਲਗਭਗ ਹਰ ਅਮਰੀਕਨ ਦਾ ਸੁਪਨਾ ਹੈ। ਅਮਰੀਕਾ ਦੇ ਕਿਸੇ ਵਾਸੀ ਦੀ ਅਮੀਰੀ ਇਸ ਗੱਲ ਤੋਂ ਨਹੀਂ ਮਾਪੀ ਜਾਂਦੀ ਕਿ ਉਸ ਕੋਲ ਸਰਮਾਇਆ ਕਿਤਨਾ ਹੈ, ਸਗੋਂ ਇਸ ਗੱਲ ਤੋਂ ਮਾਪੀ ਜਾਂਦੀ ਹੈ ਕਿ ਉਸ ਕੋਲ ਮਨੋਰੰਜਨ ਦੇ ਸਾਧਨ ਕਿਤਨੇ ਹਨ। ਸਾਡੇ ਕੋਲ ਸਮਾਂ ਹੈ, ਪਰ ਮਨੋਰੰਜਨ ਦੇ ਸਾਧਨ ਨਹੀਂ। ਉਹਨਾਂ ਕੋਲ ਮਨ ਪਰਚਾਵੇ ਦੇ ਸਾਧਨ ਵਧੇਰੇ ਹਨ, ਪਰ ਸਮਾਂ ਘੱਟ ਹੈ। ਜੋੜਾ ਕਿਸੇ ਵੀ ਉਮਰ ਦਾ ਹੋਵੇ, ਸਮੁੰਦਰ ਦੇ ਕਿਨਾਰੇ ਆ ਕੇ ਉਹ ਆਪਣੇ ਆਪ ਨੂੰ ਜਵਾਨ ਅਨੁਭਵ ਕਰਦਾ ਹੈ। ਅਸੀਂ ਸਮੁੰਦਰ ਵਰਗੀ ਅਜਿਹੀ ਥਾਂ ਤੇ ਜਾ ਕੇ ਆਪਣੇ ਬਚਾਓ ਤੇ ਬੱਚਿਆਂ ਦਾ ਹੀ ਫਿਕਰ ਕਰਦੇ ਰਹਿੰਦੇ ਹਾਂ। ਉੱਥੇ ਬੱਚਿਆਂ ਨੂੰ ਪੂਰੀ ਖੁੱਲ੍ਹ ਦਿੱਤੀ ਜਾਂਦੀ ਹੈ। ਜਿਨ੍ਹਾਂ ਨੂੰ ਪਾਣੀ ਨਾਲ ਮੋਹ ਹੈ, ਉਹਨਾਂ ਦੀਆਂ ਸਾਰੀਆਂ ਭੁੱਖਾਂ ਇੱਥੇ ਆ ਕੇ ਸ਼ਾਂਤ ਹੋ ਜਾਂਦੀਆਂ ਹਨ। ਸਮੁੰਦਰੀ ਕਿਨਾਰਿਆਂ ਉੱਤੇ ਸਮੁੰਦਰ ਅਤੇ ਜਵਾਨੀ ਦੀ ਭਰਮਾਰ ਵੇਖ ਕੇ ਮੇਰੀਆਂ ਅੱਖਾਂ ਝੁੰਧਿਆ ਜਾਂਦੀਆਂ ਰਹੀਆਂ ਹਨ ਅਤੇ ਨਜ਼ਾਰੇ ਇੰਨੇ ਵਧੇਰੇ ਸਨ ਕਿ ਇਹ ਕਿਸੇ ਚੀਜ਼ ਉੱਤੇ ਨਹੀਂ ਸਨ ਟਿਕਦੀਆਂ। ਜੇ ਮੈਨੂੰ ਮੁੜ ਅਮਰੀਕਾ ਜਾਣ ਦਾ ਅਵਸਰ ਮਿਲਿਆ ਤਾਂ ਸਭ ਤੋਂ ਪਹਿਲਾਂ ਮੈਂ ਫਲੋਰਿਡਾ ਦੀਆਂ ਬੀਚਾਂ ਵੇਖਣ ਹੀ ਜਾਵਾਂਗਾ। ਅਮਰੀਕਾ ਵਿੱਚ ਬੱਚੇ ਰਾਜਕੁਮਾਰਾਂ ਵਾਂਗ ਪਲਦੇ ਹਨ ਅਤੇ ਉਹਨਾਂ ਦੇ ਮਨੋਰੰਜਨ ਦੇ ਇਤਨੇ ਸਾਧਨ ਹਨ ਕਿ ਵੱਡਿਆਂ ਦਾ ਬੱਚੇ ਬਣਨ ਨੂੰ ਦਿਲ ਕਰ ਆਉਂਦਾ ਹੈ। ਸਭ ਤੋਂ ਵੱਡੀ ਅਤੇ ਸਭ ਤੋਂ ਵੱਧ ਰਮਣੀਕ ਅਤੇ ਸਭ ਦੇ ਦਿਲਾਂ ਨੂੰ ਧੂ ਪਾਉਣ ਵਾਲੀ ਥਾਂ ਹੈ ਕੈਲੀਫੋਰਨੀਆ ਵਿਚਲਾ ਡਿਜ਼ਨੀਲੈਂਡ। ਮੈਨੂੰ ਫਿਕਰ ਸੀ ਕਿ ਕਿਧਰੇ ਇਹ ਥਾਂ ਵੇਖਣੀ ਰਹਿ ਨਾ ਜਾਵੇ, ਪਰ ਮੇਰੇ ਚੰਗੇ ਭਾਗਾਂ ਨੂੰ ਜਿਸ ਯੂਨੀਵਰਸਿਟੀ ਵਿੱਚ ਮੈਂ ਜਾਣਾ ਸੀ, ਇਹ ਥਾਂ ਉਸ ਦੇ ਰਸਤੇ ਵਿੱਚ ਆਉਂਦੀ ਸੀ। ਫਲੋਰਿਡਾ ਵਿੱਚ ਨਵਾਂ ਅਤੇ ਵਧੇਰੇ ਵਿਸ਼ਾਲ ਡਿਜ਼ਨੀਲੈਂਡ ਉਸਾਰਿਆ ਹੈ ਅਤੇ ਡਿਜ਼ਨੀਲੈਂਡ ਅਮਰੀਕਾ ਦੀ ਪਛਾਣ ਬਣ ਗਿਆ ਹੈ। ਮਨੋਰੰਜਨ ਦੀਆਂ ਹੋਰ ਵੀ ਅਨੇਕਾਂ ਥਾਵਾਂ ਹਨ, ਪਰ ਡਿਜ਼ਨੀਲੈਂਡ ਤੋਂ ਸਭ ਥੱਲੇ ਹਨ। ਮਨ ਪਰਚਾਵੇ ਲਈ ਭਰਪੂਰ ਸੰਭਾਵਨਾਵਾਂ ਵਾਲਾ ਇਹ ਇੱਕ ਵੱਖਰਾ ਸੰਸਾਰ ਹੈ। ਸ਼ਾਇਦ ਹੀ ਕੋਈ ਵਿਅਕਤੀ ਕਹਿ ਸਕੇ ਕਿ ਉਸਨੇ ਸਾਰਾ ਡਿਜ਼ਨੀਲੈਂਡ ਵੇਖਿਆ ਹੈ। ਇਸ ਥਾਂ ਨੂੰ ਇਤਨੇ ਸੋਹਣੇ ਢੰਗ ਨਾਲ ਸਜਾਇਆ ਗਿਆ ਹੈ ਕਿ ਵੇਖਣ ਲਈ ਸਵੇਰ ਤੋਂ ਸ਼ਾਮ ਤੱਕ ਲਗਾਤਾਰ ਘੁੰਮਦਿਆਂ ਵੀ ਇੱਕ ਹਫ਼ਤਾ ਲੱਗ ਜਾਵੇ। ਸੰਸਾਰ ਦਾ ਕੋਈ ਅਜਿਹਾ ਝੂਟਾ ਨਹੀਂ ਜਿਹੜਾ ਇੱਥੇ ਨਹੀਂ। ਇੱਥੇ ਲੱਗੇ ਝੂਟੇ ਇਤਨੇ ਸ਼ਕਤੀਸ਼ਾਲੀ, ਤੇਜ਼, ਵੱਡੇ ਅਤੇ ਦਿਲ ਦਹਿਲਾਉਣ ਵਾਲੇ ਹਨ ਕਿ ਹਰ ਝੂਟੇ ਮਗਰੋਂ ਜਿਉਂਦੇ ਬਚ ਨਿਕਲਣ ਉੱਤੇ ਆਪਣੇ ਆਪ ਨੂੰ ਵਧਾਈ ਦੇਣ ਦਾ ਮਨ ਕਰਦਾ ਹੈ।
ਜਿਹੜੇ ਝੂਟੇ ਸਾਡੇ ਮੇਲਿਆਂ ਤੇ ਲੱਗਦੇ ਹਨ, ਜੇ ਉਹਨਾਂ ਦੀ ਪੱਧਰ ਨੂੰ ਦਰਸਾਉਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੇ ਤਰਬੂਜ ਦੇ ਸਾਹਮਣੇ ਸਾਡੇ ਝੂਟੇ ਰਾਈ ਦਾ ਦਾਣਾ ਹਨ। ਜਦੋਂ ਵੇਖਿਆ ਕਿ ਛੋਟੇ ਛੋਟੇ ਬੱਚੇ ਹੱਸਦੇ ਖੇਡਦੇ ਝੂਟੇ ਮਾਣ ਰਹੇ ਸਨ ਤਾਂ ਮਨ ਤਗੜਾ ਕਰਕੇ ਮੈਂ ਵੀ ਕਈ ਝੂਟੇ ਮਾਣੇ। ਹਰ ਝੂਟਾ ਭਾਵੇਂ ਕੁਝ ਮਿੰਟ ਦਾ ਹੀ ਹੁੰਦਾ ਹੈ, ਪਰ ਉਸ ਦੀ ਖੁਸ਼ੀ, ਕਿਸਮ ਅਤੇ ਰਫ਼ਤਾਰ ਅਜਿਹੀ ਹੁੰਦੀ ਹੈ ਕਿ ਤੁਸੀਂ ਸਮਝਦੇ ਹੋ ਕਿ ਹੁਣ ਬਚਣਾ ਸੰਭਵ ਨਹੀਂ। ਸਭ ਪਾਸੇ ਪ੍ਰਬੰਧ ਇਤਨਾ ਪੱਕਾ ਅਤੇ ਸੁਰੱਖਿਅਤ ਹੁੰਦਾ ਹੈ ਕਿ ਕੋਈ ਹਾਦਸਾ ਨਹੀਂ ਵਾਪਰਦਾ। ਅਨੇਕਾਂ ਝੂਟੇ ਇਤਨੇ ਸ਼ਕਤੀਸ਼ਾਲੀ ਹਨ ਕਿ ਸ਼ਾਇਦ ਹੀ ਕਿਸੇ ਅਜਿਹੇ ਝੂਟੇ ਨੂੰ ਕੋਈ ਦੂਜੀ ਵਾਰ ਲੈਣ ਦਾ ਸਾਹਸ ਕਰ ਸਕੇ। ਡਿਜ਼ਨੀਲੈਂਡ ਇੱਕ ਵੱਖਰੀ ਹੀ ਦੁਨੀਆ ਨਹੀਂ, ਇੱਕ ਵੱਖਰਾ ਅਨੁਭਵ ਵੀ ਹੈ ਅਤੇ ਇਸ ਅਨੁਭਵ ਦੀ ਕਿਸੇ ਹੋਰ ਅਨੁਭਵ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਇੱਕ ਝੂਟੇ ਰਾਹੀਂ ਉੱਥੇ ਬੰਬਰ ਹਵਾਈ ਜਹਾਜ਼ ਵਾਲੀਆਂ ਕਲਾਬਾਜ਼ੀਆਂ ਵਾਲਾ ਅਨੁਭਵ ਕਰਵਾਇਆ ਜਾਂਦਾ ਹੈ ਅਤੇ ਬਹੁਤ ਉੱਚੇ ਜਾ ਕੇ ਬੰਦੇ ਨੂੰ ਪੁੱਠਾ ਕਰ ਦਿੱਤਾ ਜਾਂਦਾ ਹੈ ਅਤੇ ਸਿਰ ਪਰਨੇ ਹੋਇਆ ਵਿਅਕਤੀ ਕੁਝ ਹੀ ਪਲਾਂ ਵਿੱਚ ਸੋਚਣ ਲੱਗ ਪੈਂਦਾ ਹੈ ਕਿ ਅਗਲੇ ਐਤਵਾਰ ਉਸ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਹੋ ਰਹੀ ਹੋਵੇਗੀ। ਇਸ ਝੂਟੇ ਨੂੰ ਯਾਦ ਕਰਕੇ ਮੈਂ ਹੁਣ ਵੀ ਦਹਿਲ ਜਾਂਦਾ ਹਾਂ। ਡਿਜ਼ਨੀਲੈਂਡ ਦੀ ਇੱਕ ਦਿਨ ਦੀ ਟਿਕਟ 4000 ਰੁਪਏ ਤੋਂ ਵੀ ਵੱਧ ਹੈ ਅਤੇ 5 ਦਿਨਾਂ ਦੀ ਟਿਕਟ ਕਈ ਹਜ਼ਾਰ ਰੁਪਏ ਹੈ। ਇਤਨਾ ਮਹਿੰਗਾ ਹੋਣ ਦੇ ਬਾਵਜੂਦ ਇਹ ਇੱਕ ਯਾਦਗਾਰੀ ਅਤੇ ਲਾਹੇਵੰਦਾ ਤਜਰਬਾ ਹੈ। ਅਮਰੀਕਨਾਂ ਦੀ ਮੈਨੂੰ ਇੱਕ ਗੱਲ ਚੰਗੀ ਲੱਗੀ ਹੈ ਕਿ ਉਹ ਆਪਣੇ ਅੰਦਰਲੇ ਬੱਚੇ ਅਤੇ ਬਚਪਨ ਨੂੰ ਸਦਾ ਜਿਉਂਦਾ ਰੱਖਦੇ ਹਨ। ਬੱਚੇ ਤਾਂ ਬੱਚੇ ਹੁੰਦੇ ਹੀ ਹਨ, ਵੱਡੇ ਵੀ ਬੱਚੇ ਬਣ ਜਾਂਦੇ ਹਨ। ਡਿਜ਼ਨੀਲੈਂਡ ਜਿਹੀਆਂ ਥਾਵਾਂ ਲੋਕਾਂ ਦੀ ਉਮਰ ਨੂੰ ਲੰਮੇਰਾ ਕਰਨ ਦਾ ਰੋਲ ਨਿਭਾਉਂਦੀਆਂ ਹਨ। ਡਿਜ਼ਨੀਲੈਂਡ ਵਿੱਚ ਹਜ਼ਾਰਾਂ ਲੋਕ ਕੰਮ ਕਰਦੇ ਹਨ ਅਤੇ ਉਹ ਤੁਹਾਡੇ ਨਾਲ ਇਤਨੇ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਉਂਦੇ ਹਨ ਕਿ ਇਹ ਵਿਹਾਰ ਆਪਣੇ ਆਪ ਵਿੱਚ ਇੱਕ ਮਨੋਰੰਜਨ ਪ੍ਰਤੀਤ ਹੋਣ ਲੱਗ ਪੈਂਦਾ ਹੈ। ਉਹ ਤੁਹਾਡਾ ਇਤਨਾ ਧਿਆਨ ਰੱਖਣਗੇ ਜਿਵੇਂ ਤੁਸੀਂ ਦੁਨੀਆ ਦੇ ਸਭ ਤੋਂ ਵੱਧ ਸਤਿਕਾਰਯੋਗ ਵਿਅਕਤੀ ਹੋ। ਅਜਿਹੇ ਵਿਹਾਰ ਨਾਲ ਤੁਹਾਡੀ ਰੂਹ ਤੱਕ ਪ੍ਰਸੰਨ ਹੋ ਜਾਂਦੀ ਹੈ ਅਤੇ ਸਾਰਾ ਵਾਤਾਵਰਣ ਤੀਆਂ ਵਾਲਾ ਹੋ ਨਿਬੜਦਾ ਹੈ। ਅਮਰੀਕਾ ਵਿੱਚ ਮਨੋਰੰਜਨ ਦੀਆਂ ਇਤਨੀਆਂ ਥਾਵਾਂ ਹਨ ਕਿ ਉਹਨਾਂ ਨੂੰ ਵੇਖ ਕੇ ਅਤੇ ਉੱਥੇ ਵਿਚਰ ਰਹੇ ਹਜ਼ਾਰਾਂ ਹੀ ਲੋਕਾਂ ਨੂੰ ਵੇਖ ਕੇ ਅਤੇ ਸਭ ਕੁਝ ਨਿਰਵਿਘਨ ਹੁੰਦਾ ਜਾਣ ਕੇ ਸਮਝ ਨਹੀਂ ਆਉਂਦੀ ਕਿ ਇਹ ਸਭ ਕੁਝ ਸੰਭਵ ਕਿਵੇਂ ਹੋ ਰਿਹਾ ਹੈ। ਮੈਂ ਉਹਨਾਂ ਲੋਕਾਂ ਤੋਂ ਸਿੱਖਿਆ ਹੈ ਕਿ ਹਰ ਵੇਲੇ ਸਿਆਣੇ ਬਣਨ ਦਾ ਯਤਨ ਨਹੀਂ ਕਰਨਾ ਚਾਹੀਦਾ। ਮੈਂ ਉਹਨਾਂ ਲੋਕਾਂ ਤੋਂ ਹੀ ਸਿੱਖਿਆ ਹੈ ਕਿ ਸਾਊ ਵਿਹਾਰ, ਸਲੀਕਾ ਅਤੇ ਸਭ ਤੋਂ ਵੱਧ ਜ਼ਬਤ ਸਾਡੀ ਸ਼ਖਸੀਅਤ ਦਾ ਮੁੱਖ ਲੱਛਣ ਹੋਣਾ ਚਾਹੀਦਾ ਹੈ। ਮੈਂ ਉਹਨਾਂ ਲੋਕਾਂ ਵਿੱਚ ਵੇਖਿਆ ਹੈ ਕਿ ਉਹ ਕਿਸੇ ਮਨੋਰੰਜਨ ਸਮਾਗਮ ਜਾਂ ਦਾਵਤ ਸਮੇਂ ਕਿਸੇ ਨਾਲ ਤਕਰਾਰ ਜਾਂ ਬਹਿਸ ਨਹੀਂ ਕਰਦੇ। ਉਹਨਾਂ ਨੇ ਹੀ ਮੈਨੂੰ ਸਿਖਾਇਆ ਹੈ ਕਿ ਬੇਲੋੜੇ ਉਪਦੇਸ਼ ਨਹੀਂ ਦੇਣੇ ਚਾਹੀਦੇ। ਸਾਡੇ ਦੇਸ਼ ਵਿੱਚ ਸਾਡੇ ਕੋਲ ਆਪਣੇ ਕੰਮ ਕਰਨ ਲਈ ਤਾਂ ਸਮਾਂ ਨਹੀਂ, ਦੂਜਿਆਂ ਨੂੰ ਸਲਾਹ ਅਤੇ ਉਪਦੇਸ਼ ਦੇਣ ਲਈ ਅਸੀਂ ਸਦਾ ਤਿਆਰ ਰਹਿੰਦੇ ਹਾਂ। ਸਾਡੀ ਬਹੁਤੀ ਗੱਲਬਾਤ ਅਜਿਹੀ ਕਿਸਮ ਦੀ ਹੁੰਦੀ ਹੈ ਜਿਵੇਂ ਕੋਈ ਸਹੁਰਾ ਆਪਣੇ ਜਵਾਈ ਨੂੰ ਇੱਕ ਚੰਗਾ ਪਤੀ ਬਣਨ ਦਾ ਉਪਦੇਸ਼ ਦੇ ਰਿਹਾ ਹੋਵੇ। ਅਜਿਹੇ ਉਪਦੇਸ਼ਾਂ ਦਾ ਉਹੀ ਮੁੱਲ ਹੁੰਦਾ ਹੈ ਜਿਤਨਾ ਸ਼ਰਾਬ ਪੀਣ ਅਤੇ ਮੌਜ ਮੇਲਾ ਕਰਨ ਤੋਂ ਪਹਿਲਾਂ ਕੀਤੀ ਗਈ ਬਹਿਸ ਦਾ। ਕੈਲੀਫੋਰਨੀਆ ਵਿੱਚ ਹਾਲੀਵੁੱਡ ਫਿਲਮਾਂ ਦਾ ਸੰਸਾਰ ਦਾ ਸਭ ਤੋਂ ਵੱਡਾ ਕੇਂਦਰ ਹੈ। ਇਹ ਬੜੀ ਰਮਣੀਕ ਥਾਂ ਹੈ। ਇੱਥੋਂ ਦੇ ਘਰਾਂ ਦਾ ਮੁੱਲ ਕਰੋੜਾਂ ਰੁਪਏ ਹੈ। ਸੁਭਾਵਿਕ ਹੀ ਹਰੇਕ ਵਿਅਕਤੀ ਦਾ ਇਹ ਥਾਂ ਵੇਖਣ ਨੂੰ ਮਨ ਕਰਦਾ ਹੈ। ਇਸ ਜਿਗਿਆਸਾ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਆਪਣੀ ਵਪਾਰਕ ਬਿਰਤੀ ਅਨੁਸਾਰ ਅਮਰੀਕਾ ਦੀ ਇੱਕ ਫਿਲਮ ਕੰਪਨੀ ਨੇ ਇੱਕ ਵੱਖਰਾ ਸਟੂਡੀਓ ਬਣਾਇਆ ਹੋਇਆ ਹੈ ਜਿੱਥੇ ਫਿਲਮਾਂ ਨਾਲ ਸੰਬੰਧਿਤ ਹਰ ਚੀਜ਼ ਵਾਪਰਦੀ ਵਿਖਾਈ ਜਾਂਦੀ ਹੈ। ਉਹ ਦਿਖਾਉਂਦੇ ਹਨ ਕਿ ਕਿਵੇਂ ਹੜ੍ਹ ਲਿਆਂਦਾ ਜਾਂਦਾ ਹੈ, ਕਿਵੇਂ ਅੱਗ ਲਾਈ ਜਾਂਦੀ ਹੈ, ਕਿਵੇਂ ਲੜਾਈ ਫਿਲਮਾਈ ਜਾਂਦੀ ਹੈ। ਉਹ ਤੁਹਾਡੀਆਂ ਅੱਖਾਂ ਸਾਹਮਣੇ ਭੁਚਾਲ ਵਾਪਰਦਾ ਦਿਖਾ ਦੇਣਗੇ। ਹਸਪਤਾਲ, ਬਾਜ਼ਾਰ, ਦਫ਼ਤਰ, ਕਾਰਖਾਨਾ, ਰੇਲਵੇ ਸਟੇਸ਼ਨ, ਅਦਾਲਤ, ਥਾਣਾ, ਘਰ, ਦੁਕਾਨਾਂ, ਹੋਟਲ ਆਦਿ ਸਭ ਕੁਝ ਤੁਹਾਡੀਆਂ ਅੱਖਾਂ ਸਾਹਮਣੇ ਖਿਲਾਰ ਦਿੱਤਾ ਜਾਂਦਾ ਹੈ। ਤੁਹਾਨੂੰ ਉਹ ਫਿਲਮੀ ਅਦਾਕਾਰਾਂ ਵਾਂਗ ਰੋਲ ਕਰਦਿਆਂ ਵੱਡੀ ਸਕਰੀਨ ਉੱਤੇ ਵਿਖਾ ਦੇਣਗੇ। ਇਹ ਇੱਕ ਅਜਿਹਾ ਦ੍ਰਿਸ਼ ਹੁੰਦਾ ਹੈ ਜਿਸ ਨੂੰ ਵੇਖਦਿਆਂ ਅੱਖਾਂ ਝਪਕਣ ਤੋਂ ਇਨਕਾਰ ਕਰ ਦਿੰਦੀਆਂ ਹਨ। ਡਾਕੂਆਂ ਦੀ ਲੜਾਈ, ਸਮੁੰਦਰੀ ਤੂਫਾਨ, ਜਹਾਜ਼ਾਂ ਦੀ ਟੱਕਰ, ਮਾਰ ਧਾੜ, ਇਮਾਰਤਾਂ ਦਾ ਢਹਿ ਢੇਰੀ ਹੋ ਜਾਣਾ ਆਦਿ ਸਭ ਕੁਝ ਤੁਹਾਡੇ ਸਾਹਮਣੇ ਵਾਪਰਦਾ ਅਜਿਹੇ ਢੰਗ ਨਾਲ ਫਿਲਮਾਇਆ ਜਾਂਦਾ ਹੈ ਕਿ ਤੁਸੀਂ ਫਿਲਮਾਂ ਬਣਾਉਣ ਦੀ ਬੁਝਾਰਤ ਨੂੰ ਬੁੱਝ ਲੈਂਦੇ ਹੋ ਅਤੇ ਇਸ ਉਪਰੰਤ ਫਿਲਮ ਵੇਖ ਕੇ ਪ੍ਰਭਾਵਿਤ ਹੋਣਾ ਮੁਸ਼ਕਲ ਹੋ ਜਾਂਦਾ ਹੈ। ਹਾਲੀਵੁੱਡ ਵਿੱਚ ਇੱਕ ਸੜਕ ਹੈ ਜਿਸ ਦੇ ਫੁੱਟਪਾਥ ਤੇ ਫਰਸ਼ ਉੱਤੇ ਸਿਤਾਰਿਆਂ ਦੇ ਰੂਪ ਵਿੱਚ ਫਿਲਮੀ ਅਦਾਕਾਰਾਂ ਦੇ ਨਾਮ ਉਕਰੇ ਹੋਏ ਹਨ ਅਤੇ ਹਰ ਅਦਾਕਾਰ ਦਾ ਸੁਪਨਾ ਇਸ ਸੜਕ ਉੱਤੇ ਸਿਤਾਰੇ ਵਾਂਗ ਆਪਣਾ ਨਾਂ ਉਕਰਵਾਉਣਾ ਹੁੰਦਾ ਹੈ। ਇਹਨਾਂ ਸਿਤਾਰਿਆਂ ਦੀ ਪਰੰਪਰਾ ਤੋਂ ਹੀ ਅਸੀਂ ਫਿਲਮੀ ਅਦਾਕਾਰਾਂ ਨੂੰ ਸਿਤਾਰੇ ਕਹਿੰਦੇ ਹਾਂ। ਫਿਲਮਾਂ ਵਿੱਚ ਵੀ ਅਸੀਂ ਅਮਰੀਕਾ ਤੋਂ ਬਹੁਤ ਪਛੜੇ ਹੋਏ ਹਾਂ। ਸਾਡੀਆਂ ਫਿਲਮਾਂ ਵਿੱਚ ਕਾਰਜ ਦੀ ਰਫ਼ਤਾਰ ਬੜੀ ਹੌਲੀ ਹੈ ਅਤੇ ਅਦਾਕਾਰੀ ਵਿੱਚ ਬਨਾਵਟ ਅਤੇ ਉਚੇਚ ਦਾ ਪ੍ਰਗਟਾਵਾ ਹੁੰਦਾ ਹੈ।
ਅਮਰੀਕਾ ਤੋਂ ਮਗਰੋਂ ਭਾਰਤ ਸੰਸਾਰ ਵਿੱਚ ਸਭ ਤੋਂ ਵੱਧ ਫਿਲਮਾਂ ਬਣਾਉਂਦਾ ਹੈ, ਪਰ ਸਾਡੀਆਂ ਫਿਲਮਾਂ ਗੁਣਾਤਮਕ ਅਤੇ ਤਕਨੀਕੀ ਪੱਖੋਂ ਅਜੇ ਬਹੁਤ ਪਿੱਛੇ ਹਨ। ਹਾਲੀਵੁੱਡ ਦੇ ਵਿਸ਼ਵ ਪ੍ਰਸਿੱਧ ਅਦਾਕਾਰ ਵੀ ਤੁਹਾਨੂੰ ਇੱਥੇ ਆਮ ਸਧਾਰਨ ਵਿਅਕਤੀਆਂ ਵਾਂਗ ਵਿਚਰਦੇ ਮਿਲ ਪੈਣਗੇ। ਇਹ ਕਲਾਕਾਰ ਵੀ ਨਿਤਾ ਪ੍ਰਤੀ ਦੀਆਂ ਚੀਜ਼ਾਂ ਉਵੇਂ ਹੀ ਖਰੀਦਦੇ ਹਨ ਜਿਵੇਂ ਆਮ ਸਧਾਰਨ ਵਿਅਕਤੀ। ਕਿਸੇ ਥਾਂ ਕੋਈ ਭੀੜ ਨਹੀਂ ਜੁੜਦੀ। ਇਹਨਾਂ ਅਦਾਕਾਰਾਂ ਦਾ ਆਮ ਸਧਾਰਨ ਬੰਦਿਆਂ ਵਾਂਗ ਵਿਚਰਨਾ ਬੜਾ ਚੰਗਾ ਲੱਗਿਆ। ਨਿਰਸੰਦੇਹ ਇਹ ਅਦਾਕਾਰ ਬਹੁਤ ਅਮੀਰ ਹਨ ਅਤੇ ਮਹਿੰਗੇ ਘਰਾਂ ਵਿੱਚ ਰਹਿੰਦੇ ਹਨ, ਪਰ ਇਹਨਾਂ ਦੇ ਦਿਮਾਗ ਸੁੱਜੇ ਹੋਏ ਨਹੀਂ ਹਨ। ਇਹਨਾਂ ਦਾ ਨਾਂ ਭਾਵੇਂ ਸਿਤਾਰਿਆਂ ਵਿੱਚ ਹੋਵੇ, ਇਹਨਾਂ ਦੇ ਪੈਰ ਧਰਤੀ ਉੱਤੇ ਹੀ ਹੁੰਦੇ ਹਨ। ਇਹ ਜਿਹੜਾ ਵੀ ਰੋਲ ਕਰਦੇ ਹਨ ਉਸ ਦਾ ਪਹਿਲਾਂ ਬੜੀ ਗੰਭੀਰਤਾ ਨਾਲ ਅਧਿਐਨ ਅਤੇ ਅਭਿਆਸ ਕਰਦੇ ਹਨ। ਇਹ ਆਪਣੇ ਕਸਬ ਨਾਲ ਇਨਸਾਫ ਕਰਦੇ ਹਨ। ਅਮਰੀਕਾ ਦੀਆਂ ਬਣੀਆਂ ਫਿਲਮਾਂ ਵਿਸ਼ਵ ਭਰ ਵਿੱਚ ਵਿਖਾਈਆਂ ਜਾਂਦੀਆਂ ਹਨ, ਸੋ ਇਹਨਾਂ ਦੀ ਸਰਵਪੱਖੀ ਪੱਧਰ ਬੜੀ ਉੱਚੀ ਹੁੰਦੀ ਹੈ। ਭਾਵੇਂ ਇਸ ਥਾਂ ਦੀ ਭਾਰੀ ਟਿਕਟ ਹੈ, ਪਰ ਮਿਹਰਬਾਨ ਦੋਸਤਾਂ ਦੇ ਹੁੰਦਿਆਂ ਨਾ ਕੁਝ ਮਹਿੰਗਾ ਪ੍ਰਤੀਤ ਹੁੰਦਾ ਹੈ ਤੇ ਨਾ ਹੀ ਪਹੁੰਚ ਤੋਂ ਬਾਹਰ। ਅਮਰੀਕਾ ਵਿੱਚ ਕਿਸੇ ਵੀ ਮਨੋਰੰਜਨ ਵਾਲੀ ਥਾਂ ਉੱਤੇ ਤੁਸੀਂ ਇੱਕ ਹੀ ਟਿਕਟ ਲੈਣੀ ਹੁੰਦੀ ਹੈ। ਅੰਦਰ ਸਭ ਕੁਝ ਮੁਫਤ ਹੁੰਦਾ ਹੈ। ਕਿਸੇ ਪ੍ਰਕਾਰ ਦੀ ਕੋਈ ਪਾਬੰਦੀ ਜਾਂ ਰੁਕਾਵਟ ਨਹੀਂ। ਚਾਹੋ ਤਾਂ ਸਵੇਰ ਤੋਂ ਰਾਤ ਤੱਕ ਇੱਕ ਹੀ ਚੀਜ਼ ਨੂੰ ਮੁੜ-ਮੁੜ ਵੇਖਦੇ ਰਹੋ। ਤੁਸੀਂ ਕਿਧਰੇ ਵੀ ਜਾਵੋ, ਜਦੋਂ ਬਾਹਰ ਨਿਕਲੋਗੇ ਤਾਂ ਤੁਹਾਨੂੰ ਅਵੱਸ਼ ਪ੍ਰਤੀਤ ਹੋਵੇਗਾ ਕਿ ਸੌਦਾ ਲਾਹੇਵੰਦਾ ਸੀ। ਗਾਹਕ ਦੀ ਤਸੱਲੀ ਕਰਵਾਉਣੀ ਅਮਰੀਕਨ ਵਪਾਰ ਦਾ ਪਹਿਲਾ ਅਸੂਲ ਹੈ। ਅਮਰੀਕਾ ਵਿੱਚ ਖਾਣ ਪੀਣ ਵੀ ਇੱਕ ਪ੍ਰਕਾਰ ਦਾ ਮਨੋਰੰਜਨ ਹੈ। ਅਮਰੀਕਾ ਦੀ 26 ਕਰੋੜ ਦੀ ਆਬਾਦੀ ਵਿੱਚੋਂ 3/4 ਨਾਲੋਂ ਵੀ ਵਧੇਰੇ ਲੋਕ ਆਪਣਾ ਸਾਰਾ ਖਾਣ ਪੀਣ ਹੋਟਲਾਂ ਵਿੱਚ ਕਰਦੇ ਹਨ। ਜਿਹੜੇ ਘਰ ਭੋਜਨ ਖਾਂਦੇ ਹਨ ਉਹ ਬਣਿਆ ਬਣਾਇਆ ਬਾਹਰੋਂ ਲੈ ਆਉਂਦੇ ਹਨ ਅਤੇ ਘਰ ਅੰਦਰ ਉਹ ਉਸ ਨੂੰ ਗਰਮ ਠੰਡਾ ਹੀ ਕਰਦੇ ਹਨ। ਖਾਣ ਪੀਣ ਇਤਨਾ ਖੁੱਲ੍ਹਾ ਅਤੇ ਸਸਤਾ ਹੈ ਕਿ ਨਾ ਕੇਵਲ ਸਭ ਭੁੱਖਾਂ ਮਿਟ ਜਾਂਦੀਆਂ ਹਨ, ਸਗੋਂ ਨਜ਼ਰ ਅਤੇ ਨੀਅਤ ਵੀ ਰੱਜ ਜਾਂਦੀ ਹੈ। ਆਮ ਕਰਕੇ ਹੋਟਲਾਂ ਵਿੱਚ ਬਹਿਰੇ ਨਹੀਂ ਹੁੰਦੇ। ਤੁਸੀਂ ਭੋਜਨ ਦੇ ਵੱਧੇ ਪੈਸੇ ਦੇ ਕੇ ਅੰਦਰ ਜਾਓ ਅਤੇ ਅੰਦਰ ਭੋਜਨ ਦੇ ਲੰਮੇ ਸਟਾਲਾਂ ਤੇ ਜੋ ਤੁਹਾਡਾ ਦਿਲ ਕਰੇ ਖਾਵੋ, ਜੋ ਦਿਲ ਕਰੇ ਪੀਵੋ ਅਤੇ ਜਿਤਨਾ ਮਰਜ਼ੀ ਖਾਵੋ ਪੀਵੋ। ਪਕਵਾਨ ਇਤਨੇ ਹੁੰਦੇ ਹਨ ਕਿ ਤੁਸੀਂ ਸਾਰਿਆਂ ਦਾ ਚਮਚਾ ਵੀ ਲਵੋ ਤਾਂ ਤਸਲਾ ਭਰ ਜਾਵੇ। ਹੋਟਲਾਂ ਵਿੱਚ ਖਾਣ ਪੀਣ ਦੀਆਂ ਵਸਤਾਂ ਇਤਨੀਆਂ ਸਸਤੀਆਂ ਹਨ ਕਿ ਘਰ ਰੋਟੀ ਪਕਾਉਣੀ ਮਹਿੰਗੀ ਪ੍ਰਤੀਤ ਹੁੰਦੀ ਹੈ। ਬੇਸ਼ੁਮਾਰ ਹੋਟਲ ਹਨ, ਅਣਗਿਣਤ ਪਕਵਾਨ ਹਨ। ਚੀਨੀ, ਜਾਪਾਨੀ, ਮੈਕਸੀਕਨ, ਫਰਾਂਸੀਸੀ, ਭਾਰਤੀ, ਇਰਾਨੀ, ਅਰਬੀ ਅਨੇਕਾਂ ਪ੍ਰਕਾਰ ਦੇ ਭੋਜਨ ਤੁਹਾਡੀ ਉਡੀਕ ਵਿੱਚ ਹਨ। ਮੈਨੂੰ ਪ੍ਰਤੀਤ ਹੁੰਦਾ ਹੈ ਕਿ ਹੋਟਲ ਦਾ ਕੰਮ ਅਮਰੀਕਾ ਦਾ ਸਭ ਤੋਂ ਵੱਡਾ ਕੰਮ ਹੈ। ਅਮਰੀਕਾ ਵਿੱਚ ਹੋਟਲ ਇਤਨੇ ਹਨ ਅਤੇ ਹਰ ਇੱਕ ਦੀ ਪਹੁੰਚ ਵਿੱਚ ਹਨ ਕਿ ਸ਼ਾਮ ਨੂੰ ਘਰ ਵਿੱਚ ਰਹਿਣ ਨੂੰ ਮਨ ਨਹੀਂ ਕਰਦਾ। ਇਵੇਂ ਨਾ ਕੇਵਲ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ, ਸਗੋਂ ਖਾਣ ਪੀਣ ਵਾਲਿਆਂ ਲਈ ਵੀ ਸੌਦਾ ਬਚਤ ਵਾਲਾ ਹੈ। ਬੇਵਕਤੇ ਕੰਮ ਤੋਂ ਮੁੜਦੇ ਲੋਕ ਪੱਕਿਆ ਪਕਾਇਆ ਭੋਜਨ ਘਰ ਲੈ ਆਉਂਦੇ ਹਨ ਅਤੇ ਟੈਲੀਵਿਜ਼ਨ ਸਾਹਮਣੇ ਬਹਿ ਕੇ ਪੀਂਦੇ ਅਤੇ ਖਾਂਦੇ ਹਨ। ਅਮਰੀਕਾ ਦੀ ਖਾਣ ਪੀਣ ਦੀ ਸਫਾਈ, ਖਾਣ ਪੀਣ ਦਾ ਸਸਤਾ ਹੋਣਾ ਅਤੇ ਅੰਤਾਂ ਦੀ ਵੰਨ-ਸੁਵੰਨਤਾ ਹੈਰਾਨ ਕਰਨ ਵਾਲੀ ਹੈ। ਸਾਰਾ ਅਮਰੀਕਾ ਬੜਾ ਖਾਂਦਾ ਪੀਂਦਾ ਹੈ ਕਿਉਂਕਿ ਚੀਜ਼ਾਂ ਹੀ ਬੜੀਆਂ ਸਵਾਦ ਹੁੰਦੀਆਂ ਹਨ। ਮੈਂ ਸੋਚਦਾ ਹਾਂ ਕਿ ਭਾਰਤੀ ਨਾਰੀ ਰਸੋਈ ਦੀਆਂ ਨੀਹਾਂ ਵਿੱਚ ਹੀ ਚਿਣੀ ਜਾ ਰਹੀ ਹੈ ਅਤੇ ਫੁਲਕੇ ਬਣਾਉਣ ਦਾ ਅਮਲ, ਤਲਣ, ਭੁੰਨਣ ਅਤੇ ਤੜਕਣ ਦੀ ਕਾਰਵਾਈ ਵਿੱਚ ਹੀ ਉਸ ਦਾ ਜੀਵਨ ਲੰਘ ਜਾਂਦਾ ਹੈ। ਕੁਵੈਤ, ਇਰਾਕ, ਈਰਾਨ ਆਦਿ ਵਿੱਚ ਫੁਲਕੇ ਜਾਂ ਨਾਨ ਬਣਾਉਣ ਦਾ ਕੰਮ ਬੇਕਰੀਆਂ ਨੇ ਸਾਂਭ ਲਿਆ ਹੈ। ਅਮਰੀਕਾ ਵਿੱਚ ਭਾਰਤੀਆਂ ਦੇ ਘਰਾਂ ਵਿੱਚ ਮੈਂ ਬਾਜ਼ਾਰੋਂ ਲਿਆਂਦੇ ਫੁਲਕੇ ਖਾਧੇ ਹਨ ਜਿਹੜੇ 6-6 ਮਹੀਨੇ ਖਰਾਬ ਨਹੀਂ ਹੁੰਦੇ। ਮੇਰਾ ਵਿਸ਼ਵਾਸ ਹੈ ਕਿ ਭਾਰਤੀ ਨਾਰੀ ਉਦੋਂ ਹੀ ਉੱਨਤੀ ਕਰੇਗੀ ਜਦੋਂ ਉਸ ਦੀ ਪੋਸ਼ਾਕ ਯੂਰਪੀਅਨ ਪੋਸ਼ਾਕ ਵਾਂਗ ਚੁਸਤ ਅਤੇ ਉਸ ਦੀ ਰਸੋਈ ਅਮਰੀਕਨ ਰਸੋਈ ਵਾਂਗ ਫੁਰਤੀਲੀ ਹੋ ਜਾਵੇਗੀ। ਜਿਸ ਦੌਰ ਵਿੱਚੋਂ ਅਸੀਂ ਲੰਘ ਰਹੇ ਹਾਂ ਉਸ ਦੌਰ ਵਿੱਚੋਂ ਯੂਰਪ ਅਤੇ ਅਮਰੀਕਾ ਲੰਘ ਚੁੱਕਿਆ ਹੈ। ਅਮਰੀਕਾ ਵਿੱਚ ਖਾਣ ਪੀਣ ਦੀ ਭਰਮਾਰ ਹੈ। ਇਸੇ ਕਰਕੇ ਰੱਜ ਕੇ ਖਾਣਾ ਅਤੇ ਭੱਜ ਕੇ ਕੰਮ ਕਰਨਾ ਅਮਰੀਕੀ ਜੀਵਨ ਦਾ ਆਧਾਰ ਹੈ। ਅਮਰੀਕਨਾਂ ਦੇ ਮਨੋਰੰਜਨ ਦੀ ਰਾਜਧਾਨੀ ਲਾਸ ਵੇਗਾਸ ਹੈ, ਜਿਹੜਾ ਨਵੇਡਾ ਸੂਬੇ ਦੇ ਵਿਸ਼ਾਲ ਮਾਰੂਥਲ ਵਿੱਚ ਮ੍ਰਿਗ ਤ੍ਰਿਸ਼ਨਾ ਵਾਂਗ ਹੈ। ਇਹ ਭਾਰਤੀ ਦ੍ਰਿਸ਼ਟੀ ਤੋਂ ਸੰਸਾਰ ਦੀ ਜੂਏ ਦੀ ਰਾਜਧਾਨੀ ਹੈ, ਜਿੱਥੇ ਪਹੁੰਚਣ ਲਈ ਸੰਸਾਰ ਦਾ ਹਰ ਜੂਏਬਾਜ਼ ਤਰਸ ਰਿਹਾ ਹੈ। ਇਹ ਸਥਾਨ ਉਸ ਪ੍ਰਕਾਰ ਦੇ ਜੂਏ ਦਾ ਅੱਡਾ ਨਹੀਂ ਜਿਸ ਪ੍ਰਕਾਰ ਦਾ ਸੰਕਲਪ ਅਸੀਂ ਪਾਲਿਆ ਹੋਇਆ ਹੈ। ਇਹ ਜੂਆ ਘੱਟ ਤੇ ਮਨੋਰੰਜਨ ਵਧੇਰੇ ਹੈ ਅਤੇ ਸਭ ਕੁਝ ਇਤਨੀ ਸੁਚੱਜਤਾ ਅਤੇ ਇਮਾਨਦਾਰੀ ਨਾਲ ਕੀਤਾ ਜਾਂਦਾ ਹੈ ਕਿ ਇਹ ਜੂਆ ਨਹੀਂ ਸਗੋਂ ਸਲੀਕੇ ਵਾਲਾ ਵਪਾਰ ਹੀ ਪ੍ਰਤੀਤ ਹੁੰਦਾ ਹੈ। ਇਤਨੀ ਚਮਕ ਦਮਕ ਵਾਲੀ ਥਾਂ ਤੇ ਮੈਂ ਸੰਸਾਰ ਵਿੱਚ ਹੋਰ ਕਿਧਰੇ ਨਹੀਂ ਵੇਖੀ। ਲੋਕਾਂ ਦੀਆਂ ਜੇਬਾਂ ਵਿੱਚੋਂ ਜਿਸ ਸੌਖ ਨਾਲ ਇੱਥੇ ਪੈਸੇ ਕਢਾਏ ਜਾਂਦੇ ਹਨ ਅਤੇ ਜਿਸ ਸ਼ੌਂਕ ਨਾਲ ਪੈਸੇ ਜਿੱਤੇ ਹਾਰੇ ਜਾਂਦੇ ਹਨ, ਉਹ ਮਨੁੱਖ ਦੀ ਸਮਝ ਲਈ ਇੱਕ ਵੰਗਾਰ ਹੈ।
ਮੈਂ ਕਹਿਣਾ ਚਾਹਾਂਗਾ ਕਿ ਇੱਥੋਂ ਦੇ ਅਨੇਕਾਂ ਜੂਏਬਾਜ਼ ਸਾਡੇ ਦੇਸ਼ ਦੇ ਅਖੌਤੀ ਸੰਤਾਂ ਨਾਲੋਂ ਵਧੇਰੇ ਇਮਾਨਦਾਰ ਤੇ ਸੱਚੇ ਹਨ। ਨਵੇਡਾ ਸੂਬਾ ਇੱਕ ਵਿਸ਼ਾਲ ਮਾਰੂਥਲ ਹੈ। ਇੱਥੋਂ ਦੇ ਗਵਰਨਰ ਨੂੰ ਕਿਸੇ ਵੇਲੇ ਫੁਰਨਾ ਫੁਰਿਆ ਕਿ ਇਸ ਸੂਬੇ ਵਿੱਚ ਲੋਕ ਤਾਂ ਹੀ ਆਉਣਗੇ ਜੇ ਉਹਨਾਂ ਨੂੰ ਉਹ ਕੁਝ ਕਰਨ ਦੀ ਆਗਿਆ ਦਿੱਤੀ ਜਾਵੇ ਜਿਸ ਦੀ ਇੱਛਾ ਸਭ ਮਨੁੱਖਾਂ ਵਿੱਚ ਹੋਵੇ। ਪਰ ਆਗਿਆ ਕਿਧਰੇ ਨਾ ਹੋਵੇ, ਸੋ ਉਸ ਦੀਆਂ ਕੋਸ਼ਿਸ਼ਾਂ ਨਾਲ ਇਸ ਸੂਬੇ ਵਿੱਚ ਜੂਏ ਨੂੰ ਕਾਨੂੰਨੀ ਮਾਨਤਾ ਮਿਲ ਗਈ। ਇਹੀ ਨਹੀਂ, ਇੱਥੇ ਹਰ ਪੁੱਠੀ ਚੀਜ਼ ਕਰਨ ਦੀ ਸਿੱਧੀ ਆਗਿਆ ਹੈ। ਇੱਥੇ ਵੇਸਵਾਵਾਂ ਦਾ ਧੰਦਾ ਵੀ ਕਾਨੂੰਨੀ ਪੱਖ ਤੋਂ ਦੂਜੇ ਧੰਦਿਆਂ ਵਾਂਗ ਪ੍ਰਵਾਨ ਹੈ। ਨੰਗੇ ਨਾਚ ਇੱਥੋਂ ਦੇ ਹੋਟਲਾਂ ਵਿੱਚ ਇੱਕ ਆਮ ਜਿਹੀ ਗੱਲ ਹੈ। ਇਸ ਸਭ ਕੁਝ ਨੂੰ ਇਤਨਾ ਮਨਮੋਹਣਾ ਬਣਾ ਦਿੱਤਾ ਗਿਆ ਹੈ ਕਿ ਸਾਧੂ ਸੰਤ ਵੀ ਡੋਲ ਜਾਣ। ਸਾਡੇ ਅਰਥਾਂ ਵਿੱਚ ਇਹ ਜੂਆ ਹੈ, ਪਰ ਉਹਨਾਂ ਲਈ ਮਨੋਰੰਜਨ ਹੈ। ਸਥਿਤੀ ਲਗਭਗ ਲਾਟਰੀ ਪਾਉਣ ਵਾਂਗ ਹੈ। ਕਿਸੇ ਨੂੰ ਲੁੱਟਿਆ ਨਹੀਂ ਜਾਂਦਾ। ਇੱਥੇ ਹੋਰ ਵੀ ਸਹੂਲਤਾਂ ਹਨ। ਕੋਈ ਵੀ ਜੋੜਾ $25 ਫੀਸ ਭਰ ਕੇ ਵਿਆਹ ਕਰ ਸਕਦਾ ਹੈ ਅਤੇ ਇਤਨੀ ਹੀ ਫੀਸ ਨਾਲ ਤਲਾਕ ਲੈ ਸਕਦਾ ਹੈ। ਇਸ ਕੰਮ ਨੂੰ ਕੇਵਲ 5 ਮਿੰਟ ਲੱਗਦੇ ਹਨ ਅਤੇ ਹੋਟਲਾਂ ਵਿੱਚ ਹੀ ਦਫ਼ਤਰ ਅਤੇ ਗਿਰਜੇ ਬਣੇ ਹੋਏ ਹਨ। ਦੂਰ ਦੂਰ ਤੋਂ ਲੋਕਾਂ ਨੂੰ ਲਿਆਉਣ ਦਾ ਬੜਾ ਵਧੀਆ ਪ੍ਰਬੰਧ ਹੈ। ਜੇ ਬੱਸ ਦਾ ਕਿਰਾਇਆ $50 ਹੈ ਤਾਂ ਤੁਹਾਨੂੰ ਕੇਵਲ $5 ਵਿੱਚ ਇੱਥੇ ਲਿਆਂਦਾ ਜਾਵੇਗਾ। ਉਹ ਆਪਣੇ ਕੋਲੋਂ ਤੁਹਾਨੂੰ ਜੂਆ ਖੇਡਣ ਲਈ $10 ਦੇਣਗੇ। $5 ਦਾ ਖਾਣੇ ਦਾ ਕੂਪਨ ਵੀ ਮੁਫਤ ਮਿਲੇਗਾ। ਉਹ ਜਾਣਦੇ ਹਨ ਕਿ ਜਾਣ ਤੋਂ ਪਹਿਲਾਂ ਤੁਸੀਂ ਆਪਣੇ ਵੀ ਸਾਰੇ ਪੈਸੇ ਖਰਚ ਜਾਣੇ ਹਨ। ਖਾਣੇ ਵਿੱਚ ਜੋ ਕੁਝ ਮਿਲਦਾ ਹੈ ਉਹ ਹੈਦਰਾਬਾਦ ਦੇ ਨਵਾਬ ਨੇ ਵੀ ਕਦੀ ਨਹੀਂ ਖਾਧਾ ਹੋਣਾ। ਉਹ ਮਨੁੱਖੀ ਬਿਰਤੀ ਨੂੰ ਜਾਣਦੇ ਹਨ। ਅਮਰੀਕਨ ਮਨੁੱਖ ਅੰਦਰ ਛੁਪੇ ਹੋਏ ਜੂਏਬਾਜ਼ ਨੂੰ ਪਛਾਣਦੇ ਹਨ ਅਤੇ ਉਸ ਨੂੰ ਜਗਾਉਂਦੇ ਹਨ। ਲਾਸ ਵੇਗਾਸ ਲਗਭਗ 6 ਲੱਖ ਦੀ ਆਬਾਦੀ ਵਾਲਾ ਸ਼ਹਿਰ ਹੈ। ਜੰਗਲ ਵਿੱਚ ਮੰਗਲ ਤਾਂ ਤੁਸੀਂ ਸੁਣਿਆ ਹੋਵੇਗਾ, ਪਰ ਮਾਰੂਥਲ ਵਿੱਚ ਸਵਰਗ ਇੱਥੇ ਹੀ ਉਸਰਿਆ ਹੈ। ਇੱਥੋਂ ਦੀ ਯੂਨੀਵਰਸਿਟੀ ਵਿੱਚ ਜੂਆ ਖਿਡਾਉਣ ਦਾ 4 ਸਾਲ ਦਾ ਕੋਰਸ ਹੈ। ਜੂਆ ਖੇਡਣ ਵਾਲਿਆਂ ਲਈ ਵੀ ਕੋਰਸ ਹਨ। ਜੂਏ ਵਿੱਚ ਖੇਡੇ ਜਾਣ ਵਾਲੇ ਹਰ $100 ਵਿੱਚੋਂ $97 ਵਾਪਸ ਕੀਤੇ ਜਾਂਦੇ ਹਨ। ਪਰ ਕਿਉਂਕਿ ਕਰੋੜਾਂ ਰੁਪਇਆਂ ਦਾ ਜੂਆ ਖੇਡਿਆ ਜਾਂਦਾ ਹੈ, ਨਫਾ ਲੱਖਾਂ ਤੱਕ ਪਹੁੰਚ ਜਾਂਦਾ ਹੈ। ਕੋਈ ਝਗੜਾ ਨਹੀਂ, ਕੋਈ ਤਕਰਾਰ ਨਹੀਂ, ਸਭ ਕੁਝ ਸਾਫ਼ ਸੁਥਰਾ ਅਤੇ ਸਪਸ਼ਟ ਹੈ। ਇੱਥੋਂ ਦੇ ਇੱਕ ਹੋਟਲ ਵਿੱਚ 10-10 ਹਜ਼ਾਰ ਵਿਅਕਤੀ ਭਾਂਤ-ਭਾਂਤ ਦਾ ਜੂਆ ਖੇਡਦੇ ਹਨ। ਖਿਡਾਉਣ ਦਾ ਕੰਮ ਆਮ ਕਰਕੇ ਇਸਤਰੀਆਂ ਕਰਦੀਆਂ ਹਨ। ਸੰਸਾਰ ਵਿੱਚ ਜੂਏ ਦੀਆਂ ਜਿਤਨੀਆਂ ਪ੍ਰਸਿੱਧ ਕਿਸਮਾਂ ਹਨ ਉਹ ਇੱਥੇ ਖੇਡੀਆਂ ਜਾਂਦੀਆਂ ਹਨ। ਇੱਥੇ ਜੂਆ ਖਿਡਾਰੀਆਂ ਨੂੰ ਲੁੱਟਣ ਵਾਂਗ ਹੀ ਨਹੀਂ ਖੇਡਿਆ ਜਾਂਦਾ, ਉਹਨਾਂ ਨੂੰ ਜਿਤਾਉਣ ਦੀ ਭਾਵਨਾ ਨਾਲ ਖਿਡਾਇਆ ਜਾਂਦਾ ਹੈ। ਜੂਆ ਖੇਡਦਿਆਂ ਪੀਣ ਵਾਲੀ ਹਰ ਚੀਜ਼ ਮੁਫਤ ਹੈ ਅਤੇ ਇੱਥੇ ਸਭ ਕੁਝ ਇਤਨਾ ਦਿਲ ਲੁਭਾਉਣਾ ਹੈ ਕਿ ਹਾਰਨ ਵਾਲੇ ਅਤੇ ਜਿੱਤਣ ਵਾਲੇ ਦੋਵੇਂ ਇੱਕੋ ਪ੍ਰਕਾਰ ਦੀ ਖੁਸ਼ੀ ਅਨੁਭਵ ਕਰਦੇ ਹਨ। ਬਹੁਤ ਵਿਅਕਤੀ ਜਿੱਤ ਕੇ ਹੀ ਜਾਂਦੇ ਹਨ। ਹਰ ਇੱਕ ਵਿਅਕਤੀ ਇੱਕ ਵਾਰੀ ਜਿੱਤਦਾ ਜ਼ਰੂਰ ਹੈ, ਪਰ ਉਹ ਹੋਰ ਜਿੱਤਣ ਦੀ ਲਾਲਸਾ ਅਧੀਨ ਉਹ ਖੇਡਦਾ ਰਹਿੰਦਾ ਹੈ। ਮੈਂ ਆਪ ਜਦੋਂ ਹਜ਼ਾਰਾਂ ਲੋਕਾਂ ਨੂੰ ਖੇਡਦੇ ਵੇਖਿਆ ਤਾਂ $5 ਦੇ ਸਿੱਕੇ ਲੈ ਕੇ ਮੈਂ ਵੀ ਖੇਡਣਾ ਸ਼ੁਰੂ ਕੀਤਾ ਅਤੇ ਲਗਭਗ 4 ਘੰਟੇ ਖੇਡਣ ਉਪਰੰਤ $16 ਜਿੱਤ ਗਿਆ। ਮੈਂ ਹਿੰਦੁਸਤਾਨੀ ਸਾਂ, ਸੋ ਹੋਰ ਨਾ ਖੇਡਿਆ। ਇੱਥੇ ਬਹੁਤਾ ਜੂਆ ਵੀ ਮਸ਼ੀਨਾਂ ਨਾਲ ਖੇਡਿਆ ਜਾਂਦਾ ਹੈ, ਪਰ ਵੱਡੀਆਂ ਰਕਮਾਂ ਵਾਲਾ ਜੂਆ ਮੇਜ਼ ਦੁਆਲੇ ਬੈਠ ਕੇ ਖਿਡਾਇਆ ਜਾਂਦਾ ਹੈ। ਇਸ ਸ਼ਹਿਰ ਵਿੱਚ ਮਨੁੱਖ ਦੀ ਸਿਰਜਣਾਤਮਕ ਸ਼ਕਤੀ ਅਤੇ ਸਮਰੱਥਾ ਵੇਖਣ ਵਾਲੀ ਹੈ। ਕਈ ਜੂਏਬਾਜ਼ ਇੱਥੇ ਆਏ ਅਤੇ ਇੱਥੇ ਹੀ ਵੱਸ ਗਏ। ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ ਹੈ, ਕੁਝ ਵੀ ਤੁਹਾਡੀ ਪਹੁੰਚ ਤੋਂ ਬਾਹਰ ਨਹੀਂ ਰਹੇਗਾ। ਇੱਥੇ ਲੋਕ ਦਿਨੇ ਸੌਂਦੇ ਹਨ ਤੇ ਸ਼ਾਮ ਨੂੰ ਘਰੋਂ ਬਾਹਰ ਨਿਕਲਦੇ ਹਨ। ਬਿਜਲੀ ਦੀ ਜਿਹੜੀ ਚਕਾਚੌਂਧ ਇੱਥੇ ਵੇਖਣ ਨੂੰ ਮਿਲੀ ਉਹ ਨਾ ਨਿਊਯਾਰਕ ਵਿੱਚ ਸੀ, ਨਾ ਵਾਸ਼ਿੰਗਟਨ, ਨਾ ਲੰਡਨ ਤੇ ਨਾ ਪੈਰਿਸ। ਇੱਥੇ ਹੋਟਲ ਇਤਨੇ ਵੱਡੇ ਸਨ ਕਿ 20-20 ਹਜ਼ਾਰ ਵਿਅਕਤੀ ਇੱਕ ਹੀ ਹੋਟਲ ਵਿੱਚ ਰਹਿ ਸਕਦੇ ਹਨ। ਬਹੁਤੀ ਭੀੜ ਛੁੱਟੀਆਂ ਵਾਲੇ ਦਿਨ ਹੁੰਦੀ ਹੈ, ਪਰ ਹੋਟਲ ਸਾਰਾ ਹਫ਼ਤਾ ਹੀ ਭਰੇ ਰਹਿੰਦੇ ਹਨ। ਇਹ ਨਿਰੰਤਰ ਚੱਲਦੇ ਮੇਲੇ ਦਾ ਸ਼ਹਿਰ ਹੈ। ਇਸ ਸ਼ਹਿਰ ਵਿੱਚ ਵਿਚਰਦਿਆਂ ਪੁੰਨ ਪਾਪ, ਨੇਕੀ ਬਦੀ ਆਦਿ ਸਭ ਪ੍ਰਕਾਰ ਦੇ ਧਾਰਮਿਕ ਸੰਕਲਪ ਅਰਥ ਗਵਾ ਬੈਠਦੇ ਹਨ। ਭਾਵੇਂ ਇਹ ਜੂਏ ਦਾ ਸ਼ਹਿਰ ਹੈ, ਪਰ ਲੋਕ ਇਤਨੇ ਸ਼ਰੀਫ ਅਤੇ ਸਲੀਕੇ ਵਾਲੇ ਹਨ ਕਿ ਸਭ ਕੁਝ ਚੰਗਾ ਅਤੇ ਸੋਹਣਾ ਪ੍ਰਤੀਤ ਹੁੰਦਾ ਹੈ। ਇੱਥੋਂ ਦੇ ਹੋਟਲਾਂ ਵਿੱਚ ਵੇਖੇ ਨਾਚ ਅਤੇ ਮਨੋਰੰਜਨ ਦੇ ਸਾਰੇ ਪ੍ਰਬੰਧ ਜੀਵਨ ਭਰ ਯਾਦ ਰਹਿਣ ਵਾਲੇ ਅਨੁਭਵ ਹੁੰਦੇ ਹਨ। ਇੱਥੇ ਵਿਚਰਦਿਆਂ ਇੰਜ ਲੱਗਦਾ ਹੈ ਜਿਵੇਂ ਪਰੀਆਂ ਦੇ ਦੇਸ਼ ਵਿੱਚੋਂ ਲੰਘ ਰਹੇ ਹੋਈਏ। ਇਸ ਸ਼ਹਿਰ ਦੀ ਖੂਬੀ ਇਹ ਹੈ ਕਿ ਇੱਥੇ ਤੁਹਾਨੂੰ ਦੁਨੀਆ ਦੇ ਹਰ ਦੇਸ਼ ਦਾ ਵਿਅਕਤੀ ਮਿਲ ਜਾਵੇਗਾ। ਅਸੀਂ ਇੱਕ ਸੜਕ ਉੱਤੇ ਜਾ ਰਹੇ ਸਾਂ ਕਿ ਪਿੱਛੋਂ ਕਿਸੇ ਨੇ ਪੰਜਾਬੀ ਵਿੱਚ ਆਵਾਜ਼ ਮਾਰੀ। ਇਹ ਲੁਧਿਆਣੇ ਦਾ ਇੱਕ ਪਹਿਲਵਾਨ ਸੀ ਜਿਹੜਾ ਉੱਥੇ ਟੈਕਸੀ ਚਲਾਉਂਦਾ ਸੀ।
ਉਸ ਸਾਨੂੰ ਮੁਫਤ ਸਵਾਰੀ ਦੀ ਪੇਸ਼ਕਸ਼ ਕੀਤੀ, ਪਰ ਇਸ ਸ਼ਹਿਰ ਵਿੱਚ ਟੈਕਸੀ ਵਿੱਚ ਉਹੀ ਲੋਕ ਬੈਠਦੇ ਹਨ ਜਿਨ੍ਹਾਂ ਨੂੰ ਕਾਹਲ ਹੋਵੇ। ਸਾਨੂੰ ਕਾਹਲ ਨਹੀਂ ਸੀ। ਅਸੀਂ ਉਸ ਦੀ ਸੁੱਖ ਸੰਦ ਪੁੱਛੀ। ਉਸ ਨੇ ਆਪਣੀ ਚਿੰਤਾ ਪ੍ਰਗਟਾਈ ਕਿ ਉਸ ਦੇ ਬੱਚੇ ਵੱਡੇ ਹੋ ਰਹੇ ਸਨ, ਸੋ ਉਹਨਾਂ ਦੇ ਜਵਾਨ ਹੋਣ ਤੋਂ ਪਹਿਲਾਂ ਹੀ ਉੱਥੇ ਚਲੇ ਜਾਣਾ ਚਾਹੁੰਦਾ ਸੀ। ਪਰ ਇਹ ਸ਼ਹਿਰ ਅਜਿਹਾ ਹੈ ਕਿ ਇੱਥੇ ਜਿਹੜਾ ਇੱਕ ਵਾਰੀ ਟਿਕ ਗਿਆ ਉਹ ਭਾਗਾਂ ਨਾਲ ਹੀ ਨਿਕਲਦਾ ਹੈ। ਇਸ ਸ਼ਹਿਰ ਵਿੱਚ ਕੰਮਾਂ ਦੀ ਭਰਮਾਰ ਹੈ ਅਤੇ ਮਾਇਆ ਦਾ ਆਦਾਨ ਪ੍ਰਦਾਨ ਜਿਸ ਤੇਜ਼ੀ ਨਾਲ ਇੱਥੇ ਹੁੰਦਾ ਹੈ ਹੋਰ ਕਿਧਰੇ ਵੀ ਨਹੀਂ ਹੁੰਦਾ। ਅਸੀਂ 3 ਦਿਨ ਲੱਖਾਂ ਦੀ ਭੀੜ ਵਾਲੇ ਇਸ ਸ਼ਹਿਰ ਵਿੱਚ ਰਹੇ, ਪਰ ਪੁਲਿਸ ਦਾ ਇੱਕ ਵੀ ਸਿਪਾਹੀ ਕਿਧਰੇ ਨਹੀਂ ਦਿਸੇ। ਜੂਏਬਾਜ਼ਾਂ ਦੀ ਸ਼ਰਾਫਤ ਹੈਰਾਨ ਕਰਨ ਵਾਲੀ ਸੀ। ਜੇ ਕੋਈ ਮੈਨੂੰ ਪੁੱਛੇ ਕਿ ਅਮਰੀਕਾ ਦਾ ਸਭ ਤੋਂ ਵੱਡਾ ਉਦਯੋਗ ਕਿਹੜਾ ਹੈ ਤਾਂ ਮੈਂ ਕਹਾਂਗਾ ਮਨੋਰੰਜਨ। ਅਮਰੀਕਨਾਂ ਦੇ ਮਨੋਰੰਜਨ ਦੇ ਸਥਾਨ ਅਸਲ ਵਿੱਚ ਧਰਤੀ ਉੱਤੇ ਉਸਾਰੇ ਸੁਪਨੇ ਹਨ, ਜਿਹੜੇ ਬੜੀ ਸੂਝ-ਬੂਝ ਨਾਲ ਉਸਾਰੇ ਗਏ ਹਨ। ਅਮਰੀਕਨ ਸੰਸਾਰ ਦੇ ਸਭ ਤੋਂ ਵੱਡੇ ਸੁਪਨਸਾਰ ਹਨ। ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਜੋ ਵੀ ਕੁਝ ਕਰਨਗੇ ਉਸ ਦੀ ਦੁਨੀਆ ਭਰ ਵਿੱਚ ਨਕਲ ਕੀਤੀ ਜਾਵੇਗੀ। ਮੈਂ ਆਪ ਸਮਾਜਵਾਦ ਦਾ ਹਾਮੀ ਹਾਂ, ਪਰ ਮਨੋਰੰਜਨ ਅਤੇ ਜੀਵਨ ਮਾਣਨ ਦੇ ਪੱਖੋਂ ਮੈਂ ਅਮਰੀਕਾ ਦਾ ਮਤਵਾਲਾ ਹਾਂ। ਸਮਾਜਵਾਦੀਆਂ ਲਈ ਅਮਰੀਕਾ ਦੁਸ਼ਮਣ ਹੈ, ਪਰ ਦੁਸ਼ਮਣ ਵੀ ਜਦੋਂ ਕੋਈ ਚੰਗਾ ਕੰਮ ਕਰੇ ਉਸ ਦੀ ਪ੍ਰਸੰਨ ਕਰਨ ਦੀ ਦਲੇਰੀ ਹੋਣੀ ਚਾਹੀਦੀ ਹੈ। ਅਮਰੀਕਾ ਸੁਪਨੇ ਸਿਰਜਦਾ ਹੀ ਨਹੀਂ, ਸੁਪਨੇ ਵੇਚਦਾ ਵੀ ਹੈ। ਇਸ ਦੇ ਨਾਲ ਹੀ ਆਪਣਾ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਾਂਗੇ ਅਗਲੇ ਲੇਖ ਨਾਲ। ਧੰਨਵਾਦ।